नमस्कार जी, मैं विपिन गोयल ਤੇ ਤੁਸੀਂ ਦੇਖ ਰਹੇ ਹੋ ਫਾਸਟ ਵੇ ਨਿਊਜ਼। ਕੋਈ ਸਮੇਂ ਦੀ ਬਰਸਾਤ ਨੇ ਬਲਕਿ ਜਿਹੜਾ ਹੈਗਾ ਜੈਤੋ ਸੀਵਰੇਜ ਬੋਰਡ ਦੀ ਬਲਕਿ ਜਿਹੜੀ ਹੈਗੀ ਪੋਲ ਖੋਲ ਕੇ ਰੱਖ ਦਿੱਤੀ ਗਈ ਹੈ। ਤੁਸੀਂ ਮੇਰੇ ਨਾਲ ਤਸਵੀਰਾਂ ਦੇਖੋ ਬਲਕਿ ਕਿਸ ਤਰ੍ਹਾਂ ਦੇ ਹਾਲਾਤ ਹੈਗੇ। ਕੁਝ ਸਮੇਂ ਦੀ ਬਰਸਾਤ ਕਾਰਨ ਬਲਕਿ ਜਿਹੜਾ ਹੈਗਾ ਇੱਥੋਂ ਦੀ ਬਲਕਿ ਲੋਕਾਂ ਨੂੰ ਲੰਘਣਾ ਟੱਪਣਾ ਜਿਹੜਾ ਹੈਗਾ ਔਖਾ ਹੋ ਰਿਹਾ ਹੈਗਾ। ਲੋਕ ਡਰਕ ਭਰੀ ਜ਼ਿੰਦਗੀ ਜਿਹੜੀ ਹੈਗੀ ਬਤੀਤ ਕਰਨ ਲਈ ਮਜਬੂਰ ਹੋ ਰਹੇ ਹੈਗੇ। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈ, ਜਿਵੇਂ ਇੱਕ ਛੱਪੜ ਦਾ ਰੂਪ ਜਿਹੜਾ ਹੈਗਾ ਧਾਰਨ ਕਰ ਲਿੱਤਾ ਹੋਵੇ। ਟੱਪਣ ਵਾਲੇ ਲੋਕਾਂ ਦਾ ਜਿਹੜਾ ਹੈਗਾ ਬਹੁਤ ਦਿੱਕਤ ਆ ਰਹੀ ਹੈ ਕਿ ਆਪਾਂ ਮਰਜ਼ੀ ਜਿਹੜੇ ਹੈਗੇ पब्लिक साथ भी गलबात करते हैं कि शर्मा जी की दिक्कत आ रही है? 4.5 साल हो गए ये बुरा हाल है। हाँ जी। पानी 2 घंटे में मींह पड़ा है। हाँ। तो बरसात का ये बुरा हाल है जी कुआं बचा हुआ है, कोई ठीक करके राजी नहीं है जी। समय ਦੀਆਂ ਸਰਕਾਰਾਂ ਆਉਂਦੀਆਂ ਵਾਅਦੇ ਕਰਦੀਆਂ, ਕਿਸ ਤਰ੍ਹਾਂ ਦੇ ਲੱਗਦੇ ਆ ਹਾਲਾਤ ਉਹਨਾਂ ਦੇ? झूठे वादे सारे लोग ਜੀ करो। ਝੂਠੇ ਵਾਅਦੇ ਕਰੇ ਅਸੀਂ। हाँ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ। ਸਰ ਕੀ ਕਹਿਣਾ ਚਾਹੋਗੇ? भाई मैं तो आज सारी उम्र इतने आही कुछ देखा, चाहे अकाली है चाहे कांग्रेसी है, ना तो साड़ी जट का विकास अज तक होया है। 15-15 साल हो गए, सड़क उवें ही पई आ वड्डा रोडवे रोड आ अंबरसर तो बठिंडा सीधियां बसां जांदियां। इस रोड का जैतों के इन्ना बुरा हाल है। सारी चीज बठिंडा रोड जा लो, बाजाखाना रोड जा लो जी, इतने लंघना इन्ना मुश्किल। जो पैदल कुड़ियां बुढ़ियां आउंदियां सारियां कल डिग पैंदी है, कोई करी किवें जांदी है। इन्ना बुरा हालात हो गया शहर के आम के। ਕੈਪਟਨ ਸਰਕਾਰ ਕਹਿੰਦੀ ਹੈ ਵੀ ਅਸੀਂ ਵਿਕਾਸ ਕਰ ਦੇਣਾ, यहाँ ਤੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ, ਕਿਸ ਤਰ੍ਹਾਂ ਦੇ ਲੱਗਦੇ ਉਹਨਾਂ ਦੇ ਵਾਅਦੇ? दावे तो किसी सारे नहीं करे रंग बिरंग करे, पर है कि कोई हो ही नहीं सकिया। ਕੀ ਮੰਗ ਕਰਦੇ ਤੁਸੀਂ? साड़ी तो मंग यही है भैया सानू बचाओ, आ लोगों को बचाओ। जो डुबदे से डिगते हैं, किसी का मोटरसाइकिल पे कहीं लत्त टुट गई, किसी की बांह टुट गई, इन्ने हालात बुरे होए पे रोड के पॉइंट। ਠੀਕ ਹੈ, ਇਸ ਤੋਂ ਇਲਾਵਾ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ। ਸਰ ਕੀ ਦਿੱਕਤ ਕੀ ਆ ਰਹੀ ਹੈ? ਲੋਕ ਆਉਂਦੇ ਆ, ਵੋਟਾਂ ਮੰਗਦੇ ਆ, ਵੋਟਾਂ ਲੈ ਜਾਂਦੇ ਆ। ਸਾਡੇ ਇੱਥੇ ਵੱਡੇ ਵੱਡੇ ਲੀਡਰ ਹੈ। ਮੈਂ ਬਲਾਨੇ ਦਾ ਪ੍ਰਧਾਨ, ਮੈਂ ਝਿਲਕੇ ਦਾ ਪ੍ਰਧਾਨ। ਅੱਜ ਕੱਲ੍ਹ ਪਵਨ ਗੋਇਲ ਜੀ ਸਾਡੇ ਕਾਂਗਰਸ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਹੋਏ ਆ, ਪਰ ਉਹਨਾਂ ਦੇ ਕਹਿਣ 'ਤੇ ਮੈਨੂੰ ਸ਼ਾਇਦ ਸੀਵਰੇਜ ਦੀ ਮੋਟਰ ਹੀ ਨਾ ਚਲਾਉਂਦੇ ਹੁਣ ਲੀਡਰ ਵਾਲੇ। ਇਹ ਸਾਡੇ ਪ੍ਰਧਾਨ ਜੀ ਹੈ ਜੱਜੋ ਦੇ, ਪਵਨ ਗੋਇਲ ਜੀ। ਉਹਨਾਂ ਦੇ ਕਹਿਣ 'ਤੇ ਸਾਡੇ ਵੱਡੇ ਦਾਅਵੇ ਕੀਤੇ ਗਏ ਆ ਵੀ ਅਸੀਂ ਇਹਨਾਂ ਡਿਵੈਲਪ ਕਰਾਂਗੇ। ਮੈਨੂੰ ਲੱਗਦਾ ਵੀ ਸ਼ਾਇਦ ਇੱਟ ਵੀ ਨਾ ਲੱਗੇ 4-6 ਮਹੀਨੇ, ਕਿਉਂਕਿ ਇਲੈਕਸ਼ਨਾਂ ਦੇ ਦਿਨ ਹੈ। ਇਲੈਕਸ਼ਨਾਂ ਕਰਕੇ ਹੀ ਇਹ ਸਾਰੇ ਸਟੰਟ ਕੀਤੇ ਜਾ ਰਹੇ ਆ। ਇਸ ਤੋਂ ਇਲਾਵਾ ਮਿਲ ਕੇ ਐਮਪੀ ਮੁਹੰਮਦ ਸਦੀਕ ਉਹ ਵੀ ਬਲਕਿ ਜਿਹੜੇ ਐਮਪੀ ਮੁਹੰਮਦ ਸਦੀਕ ਦਾ ਜਿਹੜਾ ਜੋ ਕੋਈ ਹੈ ਭਾਰਦਵਾਜ ਹੈ, ਉਹ ਸਾਨੂੰ ਬਥੇਰੇ ਨਾਰੇ ਲਾ ਗਿਆ ਮੈਂ ਪਾਈਪਾਂ ਪਵਾ ਦੂੰਗਾ ਜੀ। ਮੈਂ ਜੀ ਅੱਜ ਤੱਕ ਮੈਨੂੰ ਸ਼ਾਇਦ ਪਾਈਪ ਵੀ ਨਾ ਪਈ ਹੋਵੇ, ਹੋਰ ਜਿਹੜੀ ਵੱਡੀ ਪਾਈਪ ਵੱਡੇ ਸੀਵਰੇਜ ਨਾਲ ਪਾਈਪ ਵੀ ਨਹੀਂ ਜੁੜੀ ਗਈ, ਜਦੋਂ ਕਿ ਐਮਸੀ ਇਲੈਕਸ਼ਨ ਤੋਂ ਪਹਿਲਾਂ ਵੀ ਉਹਨੇ ਕਿਹਾ ਸਾਨੂੰ ਵੀ ਤੁਹਾਡੀ ਇਹ ਪਾਈਪ ਹੈ ਜਿਹੜੀ ਇਹ ਵੱਡੇ ਕਨੈਕਸ਼ਨ ਨਾਲ ਜੁੜੀ ਜਾਊਗੀ ਨਵੇਂ ਸੀਵਰੇਜ। ਇਹ ਇਕੱਲੇ ਇਸੇ ਜਗ੍ਹਾ ਤੇ ਇਹੀ ਹਾਲ ਹੈ? ਨਹੀਂ, ਸਾਡੀ ਨਵੀਂ ਆਬਾਦੀ ਇੱਥੇ ਜੀ, ਸਾਡੀ ਰਿਹਾਇਸ਼ ਹੈ ਜੀ। ਇਹ ਸਾਡੀ ਦੁਕਾਨ ਹੈ, ਦੁਕਾਨ ਤੇ ਵੀ ਹੁਣ ਅੱਜ ਕੱਲ੍ਹ ਸਾਡੇ ਕੰਮ ਹੈ ਨਹੀਂ। ਪਹਿਲਾਂ ਤਾਂ ਵੈਸੇ ਹੀ ਮੰਦੇ ਦੀ ਮਾਰ ਹੈ, ਲੋਕਡਾਊਨ ਦੀ ਮਾਰ ਹੈ। ਮੁੜ ਕੇ ਹੁਣ ਪਾਣੀ ਖੜ ਗਿਆ, ਇਹਦੇ ਕਰਕੇ ਗਾਹਕਾਂ ਨੇ ਕੀ ਹੋਣਾ ਹੈ? ਕਿਰਾਏ ਭਾੜੇ ਉੱਤੇ ਪੈਣੇ। ਗੌਰਮੈਂਟ ਟੈਕਸ ਲੈ ਕੇ ਜਾ ਦਿੰਦੀ ਹੈ। ਟੈਕਸ ਗੌਰਮੈਂਟ ਨੂੰ ਕਹਿੰਦਾ ਟੈਕਸ ਦਾ ਮਤਲਬ ਹੈ ਤੇ ਲੀਡਰਾਂ ਨੂੰ ਖਾਣ ਦਾ ਮਤਲਬ ਹੈ। ਲੋਕਡਾਊਨ ਲੱਗਾ, ਲੋਕਡਾਊਨ ਲੀਡਰਾਂ ਦੇ ਹਿਸਾਬ ਨਾਲ ਚੱਲ ਰਿਹਾ। ਜੇ ਲੋਕਡਾਊਨ ਲੀਡਰ ਕਹਿੰਦੇ ਤਾਂ ਲੋਕਡਾਊਨ ਲੱਗ ਜਾਂਦਾ। ਜੇ ਲੀਡਰ ਕਹਿੰਦੇ ਖੋਲ ਲਓ ਜੀ, ਆਪਣੇ ਕੋਲ ਫੰਡ ਹੋ ਗਿਆ ਇਕੱਠਾ ਤੇ ਆਪਾਂ ਖਾ ਲਈਏ, ਤਾਂ ਫੰਡ ਖਾਣ ਵਾਸਤੇ ਲੀਡਰਾਂ ਨੇ ਲੋਕਡਾਊਨ ਖੋਲ ਦਿੰਦੇ ਆ। ਕਾਂਗਰਸ ਸਰਕਾਰ ਨੂੰ 4.5 ਸਾਲ ਹੋ ਚੁੱਕੇ ਹੈਗੇ, ਕਿਸ ਤਰ੍ਹਾਂ ਦੇ ਸਾਡੇ ਹਿਸਾਬ ਨਾਲ ਜੱਤੋਂ ਜੱਟੀ ਲੱਗੀ ਜੀ। 4.5 ਸਾਲਾਂ ਜੱਤੋਂ ਦੇ ਵਿੱਚ ਇੱਕ ਵੀ ਡਿਵੈਲਪਮੈਂਟ ਦਿਖਾ ਦਿਓ। ਬਹੰਡਾ ਰੋਡ ਤੇ ਜਾਓ, ਮੈਨੂੰ ਲੱਗਦਾ ਧਰਨ ਪੈਣ ਵਾਲੀ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਜੀ। ਐਡੇ ਐਡੇ ਟੋਏ ਆ ਉੱਥੇ, ਤੇ ਇੱਦਾਂ ਹੁਣ ਤਾਂ ਪਹਿਲਾਂ ਸ਼ਾਇਦ ਸਕੂਟਰੀ ਮੋਟਰਸਾਈਕਲ ਜਾਣਾ ਮੁਸ਼ਕਿਲ ਹੈ। ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ? ਮੰਗ ਕੀ ਆਈ, ਮੰਗੀ ਜਾਓ, ਦੇਣਾ ਕੁਛ ਹੈ ਹੀ ਨਹੀਂ, ਕੀ ਮੰਗ ਕੀ ਕਰਾਂਗੇ ਇਹਨਾਂ ਨੂੰ? ਇਹਨਾਂ ਦਾ ਇਹੀ ਕਹਿਣਾ ਸੀਗਾ ਵੀ ਮਤਲਬ ਕਿ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਫੋਕੇ ਜਿਹੜੇ ਹੈਗੇ ਇਕੱਲੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ, ਤੋਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਰਿਹਾਗਾ। ਆਓ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ। ਸਰ ਕੀ ਦਿੱਕਤ ਕੀ ਆ ਰਹੀ ਹੈ? सारी दिक्कत ही है इतने मेरे हिसाब से विकास तो होगा कि ना ही नहीं बहुत ਵੱਡਾ ਹੋਇਆ ਜਿਹੜਾ ਵੀ ਹੁਣ 4 साल हो गए। 4 ਸਾਲਾਂ ਦੇ ਵਿੱਚ ਟੋਏ ਦੇ ਵਿੱਚ ਹਜੇ ਤੱਕ ਮਿੱਟੀ ਨਹੀਂ ਪਾਈ। ਉਸ ਟੋਏ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਸਾਡੀ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਹੈ ਵੀ ਸੀਵਰੇਜ ਸਿਸਟਮ ਨੂੰ ਸਹੀ ਕਰਕੇ ਬਣਾਇਆ ਜਾਵੇ, ਸੜਕਾਂ ਨੂੰ ਵਧੀਆ ਬਣਾਇਆ ਜਾਵੇ, ਤਾਂ ਕਿ ਸਾਡੇ ਜਿਹੜਾ ਹੁਣ ਸਾਡੇ ਕੋਲੋਂ ਬਾਹਰ ਕਿੱਥੋਂ ਆ ਜੂਗਾ ਪਾਣੀ ਵਿੱਚ, ਕਿੱਥੋਂ ਲੰਘ ਕੇ ਆ ਜਾਵੇ। ਪੰਜਾਬ ਸਰਕਾਰ ਵੱਲੋਂ 4.5 ਸਾਲ ਦੌਰਾਨ ਮਤਲਬ ਜਿਹੜੇ ਹੈਗੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹੈਗੇ, ਕਿਸ ਤਰ੍ਹਾਂ ਦੇ ਲੱਗਦੇ ਆ ਹਾਲਾਤ ਉਹਨਾਂ ਦੇ ਵਿੱਚ? ਉਹ ਤਾਂ ਹੁਣ ਸਾਰੇ ਹੀ ਤੁਹਾਡੇ ਸਾਹਮਣੇ ਹੀ ਆ, ਸਾਰੇ ਫੋਸਲੇ ਹੋ ਗਏ ਵਾਦੇ। ਸਾਡੀ ਤਾਂ ਇਹੀ ਮੰਗ ਹੈ ਜੀ ਸਰਕਾਰ ਨੂੰ ਵੀ ਸਾਡੇ ਹਾਲਾਤ ਹੋ ਜਾਂਦੇ ਆ ਉਹਨਾਂ ਵੱਲ ਦੇਖ ਕੇ ਉਹਨਾਂ ਨੂੰ ਸੁਧਾਰ ਕੀਤਾ ਜਾਵੇ, ਤੇ ਸਿਰਫ ਇਕੱਲੀਆਂ ਵੋਟਾਂ ਮੰਗ ਕੇ ਅੱਗੇ ਨਾ ਆਇਆ ਜਾਵੇ, ਉਹਨਾਂ ਦਾ ਸੁਧਾਰ ਵੀ ਕਰਨਾ ਚਾਹੀਦਾ ਜੀ।
ਇਹਨਾਂ ਦਾ ਇਹੀ ਕਹਿਣਾ ਸੀ ਵੀ ਸਰਕਾਰਾਂ ਵੱਲੋਂ ਜਿਹੜੀ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਉਹ ਸਭ ਖੋਖਲੇ ਨਜ਼ਰ ਆ ਰਹੇ ਹੈ ਕਿ ਇਕੱਲੇ ਦਾਅਵੇ ਤੇ ਵਾਅਦੇ ਨਾ ਕੀਤੇ ਜਾਣ, ਉਹਨਾਂ ਨੂੰ ਜਿਹੜਾ ਹੈਗਾ ਅਮਲ ਦੇ ਵਿੱਚ ਲਿਆਂਦਾ ਜਾਵੇ। ਇੱਕ ਵਾਰ ਫਿਰ ਮੈਂ ਆਖੂਗਾ ਕੈਮਰਾਮੈਨ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਦਿਖਾਏ ਜਾਣ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਜੈਤੋ ਮੰਡੀ ਦੇ, ਜਿਵੇਂ ਮਤਲਬ ਕਿ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਆਉਣ ਜਾਣ ਵਾਲੇ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਮਤਲਬ ਕਿ ਇਸ ਨੂੰ ਲੈ ਕੇ ਜਿਹੜਾ ਹੈਗਾ ਸੀਵਰੇਜ ਬੋਰਡ ਨੂੰ ਵੀ ਸੁਧਾਰ ਕਰਨਾ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਸੀਵਰੇਜ ਬੋਰਡ ਵੱਲੋਂ ਵੀ ਜਿਹੜਾ ਹੈਗਾ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈਗਾ ਤਾਂ ਜੋ ਮਤਲਬ ਕਿ ਜਿਹੜੀ ਹੈਗੀ ਲੋਕਾਂ ਨੂੰ ਸਮੱਸਿਆ ਨਾ ਆ ਸਕੇ। ਕਹਿਣਾ ਮੈਂ ਸੰਜੀਵ ਗੋਇਲ ਦੇ ਨਾਲ ਬਿਲਕੁਲ ਬਾਤ ਕਰੀ। ਰਣਜੀਤ ਸਾਗਰ ਡੈਮ ਦਾ ਹਸਪੀਟਲ ਜਿਹੜਾ ਕਿ ਥੜਾ ਕਲੋਨੀ ਦੇ ਵਿੱਚ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਸੀ ਤਾਂ ਕਿ ਰਣਜੀਤ ਸਾਗਰ ਡੈਮ ਦੇ ਮੁਲਾਜ਼ਮਾਂ ਨੂੰ ਵਾ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਇੱਥੇ ਸਿਹਤ ਸੁਵਿਧਾਵਾਂ ਜਿਹੜੀਆਂ ਉਹ ਮਿਲ ਸਕਣ। ਉਸ ਸਮੇਂ ਇਸ ਹਸਪੀਟਲ ਦੇ ਵਿੱਚ ਕਾਫੀ ਜਿਹੜੀ ਗਿਣਤੀ ਜਿਹੜੀ ਆ ਉਹ ਡਾਕਟਰਾਂ ਦੀ ਇੱਥੇ ਹੈ ਸੀ। ਇੱਕ ਟੀਮ ਵਰਕ ਸੀਗਾ ਡਾਕਟਰਾਂ ਦਾ ਔਰ ਸਟਾਫ ਦੀ ਵੀ ਕੋਈ ਇੱਥੇ ਕਮੀ ਨਹੀਂ ਸੀ ਔਰ ਹਰ ਤਰ੍ਹਾਂ ਦੀ ਮਸ਼ੀਨਰੀ ਦੀ ਗੱਲ ਕਰੀਏ ਜਿਹੜੀ ਲੈਬ ਜਿਹੜੀ ਆ ਇੱਥੇ ਕਾਫੀ ਵੱਡੀ ਲੈਬ ਵੀ ਹੈਗੀ ਸੀ। ਐਕਸਰੇ ਦੀਆਂ ਮਸ਼ੀਨਾਂ ਸੀ, ਕਹਿ ਸਕਦੇ ਹਾਂ ਕਿ ਹਰ ਸਿਹਤ ਸੁਵਿਧਾਵਾਂ ਦੇ ਚਲਦੇ ਇੱਥੇ ਮਸ਼ੀਨਾਂ ਵੀ ਜਿਹੜੀਆਂ ਲਗਾਈਆਂ ਗਿਆ ਸੀ ਔਰ ਲੋਕਾਂ ਨੂੰ ਇਹ ਜਿਹੜਾ ਹਸਪੀਟਲ ਇੱਕ ਵਰਦਾਨ ਸਿੱਧ ਹੋ ਰਿਹਾ ਸੀ। ਇੱਕ ਸੰਜੀਵਨੀ ਦੀ ਜਗ੍ਹਾ ਇਹ ਹਸਪੀਟਲ ਕੰਮ ਕਰ ਰਿਹਾ ਸੀਗਾ, ਜਿਸ ਦੇ ਚਲਦੇ ਜਦ ਡੈਮ ਜਿਹੜਾ ਹੁਣ ਬਣ ਕੇ ਤਿਆਰ ਹੋ ਚੁੱਕਾ ਹੈ, ਡੈਮ ਪ੍ਰਸ਼ਾਸਨ ਦੀ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਇਸ ਹਸਪੀਟਲ ਦੇ ਵੱਲ ਜਿਹੜਾ ਹੁਣ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚਲਦੇ ਜਿੱਥੇ ਇੱਥੇ ਡਾਕਟਰਾਂ ਦੀ ਕਮੀ ਹੋ ਰਹੀ ਹੈ, ਇੱਥੇ ਹਸਪੀਟਲ ਦੇ ਸਟਾਫ ਦੀ ਕਮੀ ਹੋ ਰਹੀ ਹੈ, ਉਹਦੇ ਚਲਦੇ ਲੋਕਾਂ ਨੂੰ ਜਿਹੜੀਆਂ ਸਿਹਤ ਸੁਵਿਧਾਵਾਂ ਦੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਉਹ ਆ ਰਹੀਆਂ ਹੈਗੀਆਂ। ਲੋਕਾਂ ਨੂੰ ਜਦ ਐਮਰਜੈਂਸੀ ਹੋ ਜਾਂਦੀ ਹੈ, ਲੋਕਾਂ ਨੂੰ ਪਠਾਨਕੋਟ ਜਾਣਾ ਪੈਂਦਾ ਹੈਗਾ। ਤੁਸੀਂ ਕੀ ਕਹਿਣਾ, ਕਿਹੜੀ ਸਿਹਤ ਸੁਵਿਧਾਵਾਂ ਮਿਲਦੀਆਂ ਬਈ ਤੁਹਾਨੂੰ? ਸਰ ਜੀ ਇੱਥੇ ਕੋਈ ਵੀ ਸਿਹਤ ਸੁਵਿਧਾ ਨਹੀਂ ਮਿਲਦੀ, ਨਾ ਦੀ ਹੈਗੀ ਹੈ ਇੱਥੇ, ਨਾ ਦਾ ਹੀ ਹਸਪੀਟਲ ਹੈਗਾ ਇੱਥੇ ਤੇ ਡਾਕਟਰ ਸਾਹਿਬ ਆਉਂਦੇ ਤੇ ਹੈਗੇ ਆ ਪਰ ਖਾਲੀ ਓਪੀਡੀ ਹੈਗੀ, ਨਾਲ 2 ਵਜੇ ਤੋਂ ਬਾਅਦ ਚੱਲ ਜਾਂਦੇ ਆ ਉਹ ਤੇ ਨਾਈਟ ਨੂੰ ਕੋਈ ਵੀ ਇੱਥੇ ਡਾਕਟਰ ਨਹੀਂ ਆਉਂਦਾ ਹੈਗਾ। ਤੇ ਜਿੱਦਾਂ ਜਿਹੜੀਆਂ ਇੱਥੇ ਫੈਸਿਲਿਟੀਆਂ ਉਹ ਤੇ ਨਾ ਦੀਆਂ ਹੀ ਆ, ਇੱਥੇ ਨਾ ਕੋਈ ਪੱਟੀ ਆ ਨਾ ਕੋਈ ਮਲਮ ਹੈ, ਇੱਥੋਂ ਤੱਕ ਕਿ ਇੰਜੈਕਸ਼ਨ ਵੀ ਨਹੀਂ ਹੈਗਾ, ਉਹ ਵੀ ਸਾਨੂੰ ਪ੍ਰਾਈਵੇਟ ਹੀ ਮਤਲਬ ਅਗਰ ਇੱਥੇ ਆ ਜਾਂਦਾ ਕੋਈ ਦਿਖਾਉਣ ਵਾਸਤੇ ਤੇ ਉਹ ਪ੍ਰਾਈਵੇਟ ਹੀ ਲੈ ਕੇ ਆਉਂਦੇ ਆ ਆਪਣਾ ਹੀ। ਸਿਹਤ ਸੁਵਿਧਾਵਾਂ ਪੰਜਾਬ ਸਰਕਾਰ ਕਹਿੰਦੀ ਅਸੀਂ ਲੋਕਾਂ ਨੂੰ ਦੇ ਰਹੇ ਹੈਗੇ ਹਾਂ। ਹਾਂਜੀ ਨਾ ਜੀ, ਸਿਹਤ ਸੁਵਿਧਾਵਾਂ ਕਿੱਥੇ ਆ ਇੱਥੇ, ਤੁਸੀਂ ਦੇਖਿਆ ਤਾਂ ਹੈ ਸਭ ਕੁਝ, ਡਾਕਟਰ 2 ਵਜੇ ਤੋਂ ਬਾਅਦ ਚੱਲ ਜਾਂਦੇ ਆ, ਉਸ ਤੋਂ ਬਾਅਦ ਆਉਂਦੇ ਨਹੀਂ ਆ। ਤੇ ਇੱਥੇ ਸਾਡੇ ਲਾਗੇ ਟੂਰਿਸਟ ਪਲੇਸ ਮਿਨੀ ਗੋਆ, ਉਹਦੇ ਕਰਕੇ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਹੋ ਗਈ, ਉਹਦੇ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ। ਅਗਰ ਮਾੜਾ ਮੋਟਾ ਕਿਸੇ ਦਾ ਐਕਸੀਡੈਂਟ ਹੋ ਜੇ ਤੇ ਇੱਥੇ ਫਸਟ ਟ੍ਰੀਟਮੈਂਟ ਨਹੀਂ ਮਿਲਦੀ ਉਹਨੂੰ, ਕਈ ਵਾਰੀ ਤੇ ਉਹ ਮੌਕੇ 'ਤੇ ਹੀ ਖਤਮ ਹੋ ਜਾਂਦਾ ਤੇ ਜਾਂ ਫਿਰ ਸਾਨੂੰ ਪਠਾਨਕੋਟ ਲੈ ਕੇ ਜਾਣਾ ਪੈਂਦਾ ਹੈ ਤੇ ਪਠਾਨਕੋਟ ਜਾਣ ਨੂੰ 1.5-2 ਘੰਟੇ ਦੇ ਨੋਰਮਲੀ ਲੱਗ ਜਾਂਦੇ ਆ, ਅਗਰ ਕੋਈ ਗੱਡੀ ਨਾ ਮੌਕੇ 'ਤੇ ਮਿਲੇ ਤੇ 35-40 किलोमीटर ਇੱਥੋਂ ਪੈ ਜਾਂਦਾ। यहाँ नौकरी करते हो आप? हाँ जी। क्या काम करते हो? काम की करती हूँ, टूल टेपुल सफाई करती हूँ और क्या करती हूँ। कितने डॉक्टर यहाँ काम कर रहे हैं? ये कांदा फिर कितने से कितने बजे तक? 2 बजे तक। और दवाई कौन कौन सी मिल रही है यहाँ पे? सर मेरे को पता नहीं है, मैं अनपढ़ है, मेरे को पता नहीं है। दवाई मिलती है वैसे यहाँ पे? दवाई जड़े पहले तो 1 महीना तक तो बंद किया था हड़ताल करके, हूँ तो कहता पता नहीं दवाई खांसी की, जुकाम की, बुखार की आ रही है। लोगों को दे रहे हैं ये? लोग जब आएगा तो दे देना 2 बजे तक, 2 बजे तक कोई नहीं आना तो फिर किसी को नहीं देना। कितने लोग यहाँ पे काम करते हैं, कौन कौन से लोग करते हैं काम? इतने कौन है, कोई नहीं है। फिर सिर्फ एक आज मुंडा छुट्टी करे, एक वो है, एक मैडम अंतर है, एक मैं है, एक सफाई सिपरे नहीं है। हाँ अभी ये चौकीदार हीरो होंडा लेके आया ना, एक 4 बजे तक, ये फिर चल जाना शाम में 5 बजे। रात को डॉक्टर होता है यहाँ पे? नहीं होते है। कोई होता है रात को? इस रात को एक आंदा, एक पुलिस वाला आंदा, एक दिन एक वो आंदा चौकीदार। ਨਰੋਤਮ ਜੀ ਕੀ ਕਹਿਣਾ ਹੈਗਾ ਤੁਸੀਂ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਇਹ ਸਰਕਾਰ ਦੇ ਕਾਗਜ਼ਾਂ 'ਚ ਰਣਜੀਤ ਸਾਗਰ ਡੈਮ ਦਾ ਫੀਲਡ ਦਾ ਉੱਚਾ ਥੜਾ ਕਲੋਨੀ ਵਿਖੇ 20 ਵੱਡੇ ਬੈੱਡਾਂ ਦਾ ਹਸਪੀਟਲ ਹੈ ਕਹਿਣ ਨੂੰ, ਪਰ ਇੱਥੇ ਸਹੂਲਤਾਂ ਦੀ ਜੇ ਗੱਲ ਕਰੀਏ ਤੇ ਉਹ ਬਿਲਕੁਲ ਨਾਮ ਮਾਤਰ ਨੇ। ਰਾਤ ਦੇ ਵਿੱਚ ਸ਼ਿਫਟਾਂ ਦੇ ਵਿੱਚ ਕੋਈ ਇੱਥੇ ਡਾਕਟਰ ਅਵੇਲੇਬਲ ਨਹੀਂ ਹੁੰਦਾ, ਕਿਉਂਕਿ ਇੱਥੇ ਬਹੁਤ ਸਾਰੇ ਮੁਲਾਜ਼ਮ ਰਣਜੀਤ ਸਾਗਰ ਡੈਮ ਦੇ ਇੱਥੇ ਰਹਿੰਦੇ ਨੇ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਤੇ ਉਹਨਾਂ ਨੂੰ ਮਜਬੂਰੀ ਵਸ ਜਿਹੜਾ ਉਹ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ। 16 ਕਿਲੋਮੀਟਰ ਇੱਥੋਂ ਸਰਕਾਰੀ ਹਸਪੀਟਲ ਥੱਲੇ ਜਗਿਆਲ ਆ ਤੇ ਉੱਥੋਂ ਜਾਣ ਲਈ ਅੱਜ ਕੱਲ੍ਹ ਜਿਸ ਤਰ੍ਹਾਂ ਰੇਨੀ ਸੀਜ਼ਨ ਚੱਲ ਰਿਹਾ
ਕਈ ਵਾਰੀ ਰਸਤੇ ਬੰਦ ਹੋ ਜਾਂਦੇ ਆ ਤੇ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਲੋਕਾਂ ਨੂੰ ਜਿਹੜਾ ਆਪਣੀ ਜਾਨ ਤੋਂ ਵੀ ਕਈ ਵਾਰੀ ਹੱਥ ਧੋਣਾ ਪੈਂਦਾ। ਦੂਸਰੇ ਬੰਨੇ ਅਸੀਂ ਇਹ ਗੱਲ ਦਸੀਏ ਕਿ ਜਿੱਥੇ ਪੂਰੀ ਦੁਨੀਆ ਦੇ ਅੰਦਰ ਕੋਵਿਡ ਵੈਕਸੀਨ ਜਿਹੜੀ ਆ ਉਹ ਸਰਕਾਰਾਂ ਦਮਗਜੇ ਮਾਰ ਰਹੀਆਂ ਨੇ ਵੀ ਆਪਾਂ ਡੋਰ ਟੂ ਡੋਰ ਜਾ ਕੇ ਨੇੜਲੇ ਸਥਾਨਾਂ ਤੇ ਲਾ ਰਹੇ ਆ। ਇੱਥੇ ਬਹੁਤ ਵੱਡਾ ਏਰੀਆ ਪੇਂਡੂ ਖੇਤਰ ਦਾ ਪੈਂਦਾ, ਇੱਥੇ ਕਲੋਨੀ ਉੱਚਾ ਥੜਾ ਕਲੋਨੀ ਮੁਲਾਜ਼ਮ ਵਸਦੇ ਨੇ, ਪਰ ਉਹਨਾਂ ਨੂੰ ਆਪਣੀ ਕੋਵਿਡ ਦੀ ਜਿਹੜੇ ਇੰਜੈਕਸ਼ਨ ਲਵਾਉਣ ਵਾਸਤੇ ਉਹ ਜਗਿਆਲ ਜਾਣਾ ਪੈਂਦਾ। ਇਹ ਨੇੜੇ ਤੇੜੇ ਸ਼ੁਰੂਆਤ ਵਿੱਚ 1-2 ਵਾਰ ਇੱਥੇ ਟੀਮਾਂ ਆਈਆਂ ਨੇ, ਉਸ ਤੋਂ ਬਾਅਦ ਹੁਣ ਜਿਹੜੀਆਂ ਦੂਜੀਆਂ ਡੋਜ਼ਸ ਲੱਗਣੀਆਂ ਨੇ ਉਹ ਲੋਕਾਂ ਨੂੰ ਟਰੈਵਲ ਕਰਕੇ ਜਗਿਆਲ ਹੀ ਜਾਣਾ ਪੈਂਦਾ। ਰਹੀ ਗੱਲ ਡਾਕਟਰਾਂ ਦੀ ਸਿਰਫ ਇੱਥੇ OPD ਚੱਲਦੀ ਆ। OPD ਦੇ ਵਿੱਚ ਇੱਕ ਅੱਧਾ ਡਾਕਟਰ ਹੀ ਅਵੇਲੇਬਲ ਹੁੰਦਾ ਤੇ ਉਹ ਜਿਹੜੀਆਂ ਬੇਸਿਕ ਜੈਨੇਟਿਕ ਦਵਾਈਆਂ ਥੋੜ੍ਹੀਆਂ ਬਹੁਤੀਆਂ ਖੰਘ ਜ਼ੁਕਾਮ ਬੁਖਾਰ ਦੀਆਂ ਉਹੀ ਦਿੱਤੀਆਂ ਜਾਂਦੀਆਂ। ਕਿਸੇ ਟਾਈਮ ਦੇ ਉੱਤੇ ਇੱਥੇ ਵੱਡੇ ਵੱਡੇ ਆਪਰੇਸ਼ਨ ਹੁੰਦੇ ਸੀ, ਪੂਰੀਆਂ ਸਪੈਸ਼ਲਿਸਟ ਡਾਕਟਰ ਸੀ, ਲਗਭਗ ਸਕਿਨ ਦੇ, ਫਿਰ ਆਪਣੇ ਸਰਜੀਕਲ ਸਾਰੇ ਵੱਖ-ਵੱਖ ਡਾਕਟਰ ਸੀ। ਐਕਸ-ਰੇ ਮਸ਼ੀਨ ਅੰਦਰ ਪਈ ਹੋਏਗੀ, ਸ਼ਾਇਦ ਐਕਸ-ਰੇ ਹੁੰਦੇ ਸੀ, ਸਾਰੇ ਟੈਸਟ ਹੁੰਦੇ ਸੀ, ਪਰ ਅੱਜ ਸਾਰਾ ਕੁਝ ਜਿਹੜਾ ਉਹ ਕਲੋਜ਼ ਹੋ ਗਿਆ ਔਰ ਸਰਕਾਰਾਂ ਜਿਹੜੀਆਂ ਇਹ ਦਮਗਜੇ ਮਾਰ ਰਹੀਆਂ। ਪਰ ਗਰਾਊਂਡ ਲੈਵਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਦੀ ਹਾਲਤ ਜਿਹੜੀ ਆ ਇਹ ਇਹਨਾਂ ਕਿਸੇ ਦਾ ਇਲਾਜ ਕੀ ਕਰਨਾ, ਇਹ ਆਪਣਾ ਇਲਾਜ ਕਰਾਉਣ ਲਈ ਜਿਹੜੀ ਆ ਉਹ ਬਿਲਡਿੰਗ ਤਰਸ ਰਹੀ ਆ। ਔਰ ਅਸੀਂ ਕਈ ਵਾਰ ਜਥੇਬੰਦਕ ਤੌਰ ਤੇ ਇਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਬਤੌਰ ਯੂਨੀਅਸਟ ਮਿਲਣ ਦੀ ਕੋਸ਼ਿਸ਼ ਕੀਤੀ ਆ ਔਰ ਮਿਲੇ ਵੀ ਆ, ਔਰ ਸਾਨੂੰ ਹਰ ਵਾਰ ਲਾਰਾ ਲਾਤਾ ਜਾਂਦਾ ਕਿ ਤੁਹਾਡਾ ਜਿਹੜਾ ਮਸਲਾ ਹੱਲ ਕਰ ਦਿੱਤਾ ਜਾਏਗਾ, ਪਰ ਅਜੇ ਮਾਮਲਾ ਜਿਹੜਾ ਜਿਉਂ ਦਾ ਤਿਉਂ ਆ। ਅਸੀਂ ਅਪੀਲ ਕਰਦੇ ਹਾਂ ਇਸ ਮੰਚ ਤੋਂ ਵੀ ਜਿਹੜਾ ਇਹ ਹਸਪੀਟਲ ਆ, ਜੇ ਇਹਨੂੰ ਵਧੀਆ ਢੰਗ ਨਾਲ ਸੁਚਾਰੂ ਰੂਪ 'ਚ ਜੇ ਚਲਾਉਣਾ ਚਾਹੇ ਤੇ ਸਰਕਾਰ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ, ਤਾਂ ਕਿ ਇਲਾਕੇ ਦੇ ਲੋਕਾਂ ਨੂੰ ਤੇ ਕਲੋਨੀ ਦੇ ਲੋਕਾਂ ਨੂੰ ਇੱਥੋਂ ਦੀਆਂ ਸਿਹਤ ਸਹੂਲਤਾਂ ਮਿਲ ਸਕਣ। ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਕਿ ਇੱਥੇ OPD ਲਈ ਜਿਹੜਾ ਉਹ ਬੈਠਦਾ ਹੈਗਾ, OPD ਦੇ ਚੱਲਦੇ ਦਵਾਈਆਂ ਜਿਹੜੀਆਂ ਉਹ ਬਾਜ਼ਾਰੋਂ ਦੀ ਜਿਹੜੀਆਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਜਾਂਦੀਆਂ ਹੈਗੀਆਂ। ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ। ਇੱਕ ਤਰਫ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇ ਲਈ ਵਚਨਬੱਧ ਹੈਗੇ ਆ, ਉੱਥੇ ਹੀ ਨੀਮ ਪਹਾੜੀ ਇਲਾਕੇ ਦੇ ਇਹ ਲੋਕ ਜਿਹੜਾ ਥੜਾ ਕਲੋਨੀ ਦੇ ਜਿਹੜੇ ਲੋਕ ਨੇ ਜਾਂ ਆਸ-ਪਾਸ ਦੇ ਕਈ ਪਿੰਡ ਜਿਹੜੇ ਆ ਉਹ ਇਸ ਹਸਪੀਟਲ ਨੂੰ ਲੱਗਦੇ ਹੈਗੇ ਨੇ, ਉਸ ਦੇ ਚਲਦੇ ਉਹਨਾਂ ਨੂੰ ਜਿੱਥੇ ਮੁਸ਼ਕਲਾਂ ਆ ਰਹੀਆਂ ਉੱਥੇ ਹੀ ਇਸ ਹਸਪੀਟਲ ਦੀ ਜਿਹੜੀ ਬਿਲਡਿੰਗ ਹੈਗੀ ਆ ਉਹ ਖਸਤਾ ਹਾਲਤ ਦੇ ਵਿੱਚ ਬਣਦੀ ਜਾ ਰਹੀ ਹੈਗੀ ਆ। ਔਰ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਹਸਪੀਟਲ ਹੈ ਉਹ ਸਫੇਦ ਹੱਥ ਹੀ ਬਣਦਾ ਜਾ ਰਿਹਾ ਹੈ। ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ, ਫਾਸਟਵੇ ਨਿਊਜ਼। ਦੋਸਤੋ ਫਿਰ ਸਵਾਲ ਖੜਾ ਹੋ ਗਿਆ ਇਲਾਕੇ ਦੇ MLA ਦੇ ਉੱਤੇ, ਫਿਰ ਸਵਾਲ ਖੜਾ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ, ਫਿਰ ਸਵਾਲ ਖੜਾ ਹੋ ਗਿਆ ਮੌਜੂਦਾ ਸਰਕਾਰਾਂ ਦੇ ਉੱਤੇ। ਆਖਿਰ ਕਿਉਂ ਲੋਕਾਂ ਨੂੰ ਆਪਣੀ ਗੱਲ ਰੱਖਣ ਵਾਸਤੇ ਰੋਣਾ ਪੈਂਦਾ, ਵਿਖਲਾਉਣਾ ਪੈਂਦਾ, ਕਿਉਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਨੇ? ਆਖਿਰ ਕਿਉਂ ਇਸ ਤਰੀਕੇ ਦੇ ਨਾਲ ਆਮ ਲੋਕਾਂ ਨਾਲ ਹੁੰਦਾ ਹੈ ਜਿਹੜੇ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਨੇ? ਅੱਜ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਜਿਹੜੇ ਪਰਿਵਾਰ ਦੇ 3 ਜੀ ਛੱਡ ਕੇ ਹਮੇਸ਼ਾ ਚਲੇ ਗਏ, ਹਮੇਸ਼ਾ ਵਾਸਤੇ ਛੱਡ ਕੇ ਚਲੇ ਗਏ ਨੇ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ, ਇਹਨਾਂ ਦੇ ਦਾਦਾ ਜੀ ਦੀ ਮੌਤ ਹੋਈ ਸੀ। ਜਿਹੜੇ ਬਜ਼ੁਰਗ ਮਾਤਾ ਜੀ ਦੇਖ ਰਹੇ ਜੀ, ਇਹਨਾਂ ਦੇ ਪਤੀ ਦੀ ਮੌਤ ਹੋਈ ਸੀ, ਸਹਾਰਾ ਕੋਈ ਨਹੀਂ ਰਿਹਾ। ਇਹ 2 ਪੁੱਤ ਛੋਟੇ ਛੋਟੇ ਸੀ। ਉਸ ਤੋਂ ਬਾਅਦ ਥੋੜਾ ਸਮਾਂ ਬੀਤਿਆ ਤਾਂ ਇੱਕ ਪੁੱਤ ਜਿਨ੍ਹਾਂ ਦੀ ਮੌਤ ਹੋਈ ਆਤੰਕਵਾਦੀ ਦੌਰ ਦੇ ਵਿੱਚ, ਇਹਨਾਂ ਦੀ ਮੌਤ ਹੋਈ ਸੀ। ਕਰੀਬ 60 ਸਾਲ ਹੋ ਚੁੱਕੇ ਆ ਇਹਨਾਂ ਦੀ ਮੌਤ ਹੋਈ। ਉਸ ਤੋਂ ਬਾਅਦ ਇਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਦੂਸਰੇ ਪੁੱਤ ਵੱਲੋਂ ਜਦੋਜਹਿਦ ਕਰਨੀ ਸ਼ੁਰੂ ਕਰ ਦਿੱਤੀ ਗਈ। ਦੂਸਰੇ ਪੁੱਤ ਵੱਲੋਂ ਜਦੋਜਹਿਦ ਕੀਤੀ ਗਈ ਕਿ ਸ਼ਾਇਦ ਸਰਕਾਰ ਵੱਲੋਂ ਕੋਈ ਸਾਡੇ ਵਾਸਤੇ ਕੁਝ ਖਾਸ ਕਰ ਦਿੱਤਾ ਜਾਵੇ, ਕਿਉਂਕਿ ਸਰਕਾਰਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਆਤੰਕਵਾਦੀ ਹਮਲੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਕੁਝ ਵੱਖਰਾ ਸੋਚਿਆ ਜਾਏਗਾ। ਤਾਂ ਫਿਰ ਇਹਨਾਂ ਵੱਲੋਂ ਜਦੋਜਹਿਦ ਕੀਤੀ ਗਈ। ਉਸ ਤੋਂ ਬਾਅਦ ਇਹਨਾਂ ਦੀ ਵੀ ਮੌਤ ਹੋ ਗਈ ਕੁਝ ਦਿਨ ਪਹਿਲਾਂ। ਤਾਂ ਅੱਜ ਪਰਿਵਾਰ ਬਿਖਰਿਆ ਹੋਇਆ ਨਜ਼ਰ ਆ ਰਿਹਾ। ਅੱਜ ਪਰਿਵਾਰ ਕੋਲ ਕੋਈ ਕਾਰੋਬਾਰ ਨਹੀਂ। ਤਾਂ ਅੱਜ ਇਹਨਾਂ ਦਾ ਪੋਤਾ ਯਾਨੀ ਕਿ ਇਹਨਾਂ ਦਾ
ਬੇਟਾ ਜਿਹੜਾ ਇੱਥੇ ਮੌਜੂਦ ਹੈ, ਇੱਕ ਬੇਟਾ ਵੱਡਾ ਇੱਕ ਛੋਟਾ ਹੈ, ਇਹ ਮੌਜੂਦ ਨੇ ਤਾਂ ਇਹਨਾਂ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਵਾਸਤੇ ਕੁਝ ਸੋਚਿਆ ਜਾਵੇ। ਅਸੀਂ ਨਹੀਂ ਚਾਹੁੰਦੇ, ਅਸੀਂ ਨਹੀਂ ਕਹਿੰਦੇ ਕਿ ਸਾਨੂੰ ਸਾਡੇ ਤਾਏ ਦੀ ਨੌਕਰੀ ਦਿੱਤੀ ਜਾਵੇ, ਉਹਨਾਂ ਦੀ ਨੌਕਰੀ ਦਿੱਤੀ ਜਾਵੇ ਜਿਹੜੇ ਆਤੰਕਵਾਦੀ ਹਮਲੇ ਵਿੱਚ ਗਏ ਨੇ, ਉਹਨਾਂ ਦੀ ਨੌਕਰੀ ਦਿੱਤੀ ਜਾਵੇ। ਅਸੀਂ ਕਹਿੰਦੇ ਕਿ ਸਾਨੂੰ ਸਾਡੀ ਕਾਬਲੀਅਤ ਦੇ ਸਿਰ ਦੇ ਉੱਤੇ ਹੀ ਨੌਕਰੀ ਦੇ ਦਿੱਤੀ ਜਾਵੇ। ਪਰ ਕਾਬਲੀਅਤ ਦਿਖਾਈਏ ਕਿਸ ਤਰ੍ਹਾਂ? ਸਰਕਾਰ ਤਾਂ ਕੋਈ ਰਸਤਾ ਹੀ ਨਹੀਂ ਦਿਖਾਉਂਦੀ ਪਈ। ਲੱਗਦਾ ਕਿ ਸਰਕਾਰ ਕੋਈ ਰਸਤਾ ਦਿਖਾਏਗੀ, ਤੁਹਾਨੂੰ ਨੌਕਰੀ ਮਿਲੇਗੀ। ਨਾਮ ਕੀ ਤੁਹਾਡਾ? ਸਿਮਰਨਦੀਪ ਸਿੰਘ ਮੇਰਾ ਨਾਮ। ਕੀ ਕਹਿਣਾ ਚਾਹੁੰਦੇ ਜੇ? ਹੱਥਾਂ ਦੇ ਵਿੱਚ ਕਾਗਜ਼ ਫੜੇ ਆ, ਬੇਸ਼ੁਮਾਰ ਕਾਗਜ਼ ਫੜੇ ਨੇ, ਕਾਫੀ ਪੁਰਾਣੇ ਮੈਨੂੰ ਲੱਗਦੇ ਪਏ ਨੇ ਇਹ ਕਾਗਜ਼ ਨੇ, ਇਹ ਕੀ ਨੇ ਸਾਰੇ? ਪਹਿਲੇ ਆ ਦੱਸੋ। ਇਹ ਮੇਰੇ ਤਾਇਆ ਜੀ ਦੀ ਡੈਥ ਤੇ ਸਾਰੇ ਡਾਕੂਮੈਂਟ ਆ। ਉਸ ਟਾਈਮ ਅੱਤਵਾਦੀ ਦੇ ਟਾਈਮ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਉਹਨਾਂ ਦੇ ਕੋਲ ਸਾਨੂੰ ਸਵਾਰਥ ਦਿਵਾਇਆ ਗਿਆ ਸੀ ਕਿ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ। ਸਾਡੇ ਕੋਲ ਪੋਸਟਮਾਰਟਮ ਰਿਪੋਰਟ ਤੋਂ ਲੈ ਕੇ ਥਾਣੇ ਦੀ ਰਿਪੋਰਟ ਤੋਂ ਲੈ ਕੇ, ਜਦ ਕਿ ਬਕਾਇਦਾ ਉਸ ਚੀਜ਼ ਵਿੱਚ ਲਿਖਿਆ ਗਿਆ ਸਾਰਾ ਕੁਝ ਕਿ ਇਸ ਫਲਾਣਾ ਅੱਤਵਾਦੀ ਨੇ ਮਾਰਿਆ ਗਿਆ। ਤੇ ਉਸ ਟਾਈਮ ਮੇਰੇ ਦਾਦੀ ਜੀ ਨੂੰ ਪੂਰਾ ਸਵਾਰਥ ਦਿਵਾਇਆ ਗਿਆ ਕਿ ਇੱਕ ਫੈਮਿਲੀ ਮੈਂਬਰ ਨੂੰ ਤੁਹਾਡੇ ਨੂੰ ਨੌਕਰੀ ਦਿੱਤੀ ਜਾਊਗੀ ਸਰਕਾਰੀ, ਤੇ ਦੂਸਰਾ ਤੁਹਾਨੂੰ ਲਾਲ ਕਾਰਡ ਬਣਾ ਕੇ ਦਿੱਤਾ ਜਾਊਗਾ। ਉਸ ਟਾਈਮ ਵੀ ਕਾਂਗਰਸ ਦੀ ਸਰਕਾਰ ਸੀ, ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਸਾਡੇ ਹਲਕੇ ਦੇ ਐਮਐਲਏ ਨਵਜੋਤ ਸਿੰਘ ਸਿੱਧੂ ਜੀ ਇੱਧਰ ਦੇ ਆ, ਉਹਨਾਂ ਨੇ ਵੀ ਇਹ ਚੀਜ਼, ਉਹਨਾਂ ਦੀ ਮੈਸੇਜ ਨੇ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਬਣਵਾਓ, ਸਾਥ ਦਿਓ ਸਾਡਾ। ਜਦੋਂ ਬੰਨੀ ਸੀ, ਹਾਂਜੀ, ਉਸ ਤੋਂ ਪਹਿਲਾਂ 4.5 ਸਾਲ ਹੋ ਗਏ ਆ ਤੇ ਹਲੇ ਤੱਕ ਸਾਡੇ ਕੋਲ ਕਿਸੇ ਦੀ ਸੁਣਵਾਈ ਨਹੀਂ ਕੀਤੀ ਗਈ। ਸਾਡੀ ਅੱਜ ਤੱਕ ਸਾਰ ਨਹੀਂ ਪੁੱਛੀ ਗਈ। ਅਸੀਂ ਪੁੱਛਦੇ ਆ ਉਹਨਾਂ ਦੇ ਪੀਏ ਸਾਹਿਬ ਕੋ ਕਿ ਸਾਨੂੰ ਮਿਲਿਆ ਜਾਊਗਾ, ਉਹ ਕਹਿੰਦੇ ਜੀ ਹਲੇ ਸਿੱਧੂ ਸਾਹਿਬ ਜੀ ਇੱਥੇ ਨਹੀਂ ਹੈਗੇ, ਕਦੀ ਦਿੱਲੀ ਆ ਕਦੀ ਕਿਤੇ ਆ। 4.5 ਸਾਲ ਤੋਂ ਮਿਲੇ ਹੀ ਨਹੀਂ ਤੁਹਾਨੂੰ? ਮਿਲੇ ਹੀ ਨਹੀਂ, ਇੱਕ ਵਾਰੀ ਵੀ ਨਹੀਂ ਮਿਲੇ। ਅਸੀਂ ਅੱਜ ਬੜੇ ਬੇਰੁਜ਼ਗਾਰ ਆ, ਮਤਲਬ ਬੇਰੁਜ਼ਗਾਰੀ ਦੇ ਹਾਲਾਤ ਦੇ ਤੁਰਦੇ ਆ। ਇਸ ਟਾਈਮ ਸਾਡੇ ਸਿਰ ਤੇ ਉੱਤੇ ਕਰਜ਼ਾ ਆ। ਅਸੀਂ ਇੰਨੇ ਪਰੇਸ਼ਾਨ ਆ ਕਿ ਸਾਨੂੰ ਸਾਡੇ ਪੜ੍ਹਾਈ ਦੇ ਬੇਵੀਅਰ ਤੇ ਕੋਈ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਵੱਲੋਂ। ਮੈਂ ਚੰਡੀਗੜ੍ਹ 'ਚ ਕਾਂਗਰਸ ਭਵਨ 'ਚ ਜਾ ਕੇ ਮੈਂ ਜਾਖੜ ਸਾਹਿਬ ਨਾਲ ਵੀ ਮਿਲਿਆ ਸੀ। ਮੈਂ ਕੋਵਿਡ ਦੇ ਵਿੱਚ ਉਹਨਾਂ ਦੇ ਨਾਲ ਮੈਂ ਪੂਰੀ ਹੈਲਪ ਇੱਥੇ ਮੈਂ ਮਦਦ ਕਰਦਾ ਰਿਹਾ। ਮੈਂ ਫਤਿਹ ਕਿੱਟਾਂ ਦੇ ਵਿੱਚ ਮੇਰੇ ਕੋਲ ਮੌਜੂਦਾ ਵੀ ਸੀ ਕਿ ਪੂਰੀ ਸੈਕਿੰਡ ਵੇਵ ਦੇ ਵਿੱਚ ਮੈਂ ਪੂਰੀ ਮਦਦ ਕਰਦਾ ਰਿਹਾ ਲੋਕਾਂ ਦੇ ਵਿੱਚ ਵੀ। ਸਾਨੂੰ ਕਦੋਂ ਮਿਲੇ ਸੀ? ਮੈਂ ਜਾਖੜ ਸਾਹਿਬ ਨੂੰ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਜਾ ਕੇ ਇਹ ਚੀਜ਼ ਰੱਖੀ ਗਈ ਸੀ ਕਿ ਮੇਰੇ ਬਾਰੇ ਸੋਚਿਆ ਜਾਵੇ। ਮੈਂ ਇੱਕ ਠੀਕ ਆ, ਮੈਂ ਆਪਣੇ ਪੜ੍ਹਾਈ ਦੇ ਬੇਵੀਅਰ ਤੇ ਮੰਗ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਉਸ ਟਾਈਮ ਦੇ ਬਿਹੇਵੀਅਰ ਤੇ ਜੋ ਨੌਕਰੀ ਮਿਲਦੀ ਸੀ ਜਾਂ ਸਾਨੂੰ ਉਹ ਮਿਲੇ। ਸਾਡੇ ਪਰਿਵਾਰ 'ਚੋਂ ਇੱਕ ਜਣੇ ਨੂੰ, ਕਿਸੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ। ਕੋਈ ਗੱਲ ਨਹੀਂ, ਤਾਂ ਕੋਈ ਨਾ ਕੋਈ ਹੱਲ ਜ਼ਰੂਰ ਹੋਏਗਾ। ਕੋਸ਼ਿਸ਼ ਸਾਡੀ ਇਹੋ ਹੀ ਹੈ ਕੋਈ ਨਾ ਕੋਈ ਹੱਲ ਇਹਨਾਂ ਦਾ ਕਿ ਪਰਿਵਾਰ ਦਾ ਕੀਤਾ ਜਾਵੇ। ਤਾਂ ਬਜ਼ੁਰਗ ਮਾਤਾ ਜੀ ਮੌਜੂਦ ਹੈ। ਮਾਤਾ ਜੀ, ਉਮਰ ਕਿੰਨੀ ਤੁਹਾਡੀ? ਮੇਰੀ ਉਮਰ 80 ਸਾਲ ਦੀ। 80 ਸਾਲ ਦੇ ਵਿੱਚ ਕਿਹੜੇ ਕਿਹੜੇ ਰੰਗ ਦੇਖ ਲਿੱਤੇ ਸਰਕਾਰਾਂ ਦੇ, ਕਿਹੜੇ ਕਿਹੜੇ ਰੰਗ ਦੇਖ ਲਿੱਤੇ ਦੁਨੀਆ ਦੇ? ਬਹੁਤ ਹੀ ਰੰਗ ਮੈਂ ਦੇਖਿਆ, ਬਹੁਤ ਹੀ ਰੰਗ ਦੇਖਿਆ, ਪਰ ਇਹੋ ਜਿਹੇ ਰੰਗ ਮੈਂ ਪਹਿਲੇ ਜ਼ਮਾਨੇ 'ਚ ਨਹੀਂ ਦੇਖੇ ਜੋ ਅੱਜ ਹਾਲਾਤ ਚੱਲ ਰਹੇ ਆ। ਅੱਜ ਤੇ ਕੋਈ ਕਿਸੇ ਦੀ ਸੁਣਾਈ ਨਹੀਂ ਆ। ਪਿੱਛੇ ਜਗ੍ਹਾ ਵੀ ਕੋਈ ਗੱਲ ਹੁੰਦੀ ਸੀ, ਮਹੱਲੇ ਦੇ ਪ੍ਰਧਾਨ ਨੂੰ ਜਾ ਕੇ ਕਹਿ ਦਿੰਦਾ ਸੀ, ਅਗਲਾ ਕੰਮ ਕਰਾ ਦਿੰਦੇ ਸੀ। ਹੁਣ ਵੱਡੇ ਵੱਡੇ ਅਫਸਰਾਂ ਨੂੰ ਚਿੱਠੀਆਂ ਪੱਤਰ ਪਾ ਬੈਠੇ ਆ, ਰਜਿਸਟਰੀਆਂ ਕਰਾ ਬੈਠੇ ਆ, ਬਸ ਸਾਰੇ ਗੁੰਗੇ ਬੋਲੇ ਹੋਏ ਆ। ਅੰਤ ਹੈ ਤੇ ਉਹ ਵੀ ਤੇ ਮੇਰੇ ਢਿੱਡ ਦਾ ਜੰਮਿਆ ਮੇਰਾ ਪੁੱਤ, ਮੇਰਾ ਖੂਨ ਆ, ਇਹ ਵੀ ਮੇਰਾ ਖੂਨ ਆ, ਇਹ ਵੀ ਮੇਰੇ ਪੁੱਤਰੇ ਆ। ਜੇ ਉਹਦੇ ਬੇਸ 'ਤੇ ਨੌਕਰੀ ਨਹੀਂ ਦਿੱਤੀ ਜਾਂਦੀ, ਪਰ ਉਹਨਾਂ ਨੂੰ ਚਾਹੀਦੀ ਵੀ ਉਹਦੇ ਬੇਸ 'ਤੇ ਨੌਕਰੀ ਦੇਣ। ਕਿਉਂਕਿ ਵੱਡਾ ਮੇਰਾ ਬੇਟਾ ਜਿਹੜਾ ਮੇਰੀ ਇਸ ਨੂੰ ਉਹਦੇ ਨਾਲ ਮੰਗਿਆ ਸੀ, 1 ਮਹੀਨਾ ਸ਼ਾਦੀ 'ਚ ਰਹਿ ਗਿਆ ਤੇ ਉਹ ਅੱਤਵਾਦੀਆਂ ਨੇ ਮੈਨੂੰ ਮਾਰ ਦਿੱਤਾ। ਮੁੜ ਕੇ ਉਸ ਤੋਂ ਬਾਅਦ ਉਹਦੇ ਘਰਦਿਆਂ ਨੇ ਵੀ ਕਿਹਾ, ਮੈਂ ਵੀ ਕਿਹਾ ਵੀ ਚੱਲ ਕੋਈ ਗੱਲ ਨਹੀਂ ਆ, ਆਪਾਂ ਨਿੱਕੇ ਦੇ ਘਰ ਵਿਆਹ ਲੈਂਦੇ ਆ। ਉਹਨੂੰ ਵਿਆਹ ਲਿਆਂਦਾ, ਉਹਨੂੰ ਵੀ ਇੱਕ ਵਾਰ ਧਮਕੀਆਂ ਤੁਹਾਡੀਆਂ ਵੱਲੋਂ ਲਾਈ ਗਈ ਵੀ ਜੇ ਸਾਡੇ ਬਾਰੇ ਖਿਲਾਫ ਕੋਈ ਗੱਲ ਕੀਤੀ ਨਾ ਤਾਂ ਅਸੀਂ ਤੈਨੂੰ ਵੀ ਨਹੀਂ ਛੱਡਣਾ। ਮੈਂ ਖੜਾ ਛੱਡ ਦਿੱਤਾ। ਮੁੜ ਕੇ ਮੈਂ ਕਿਤੇ ਚਿੱਠੀ ਨਹੀਂ ਪਾਈ, ਪੱਤਰ ਨਹੀਂ ਪਾਇਆ। ਮੈਂ ਸਿਲਾਈ ਕਰਦੀ ਰਹੀ, ਸਵਾਈ ਕਰਦੀ ਰਹੀ, ਮਿਹਨਤ ਕਰਦੀ ਰਹੀ, ਦਾਈ ਦਾ ਕੰਮ ਕਰਦੀ ਰਹੀ ਤੇ ਘਰ ਕੇ ਤਾਂ ਮੈਂ ਇਹਨਾਂ ਬੱਚਿਆਂ ਨੂੰ ਪਾਲਿਆ ਪੋਸਿਆ। ਹੁਣ ਉਹ ਪਾਲ ਪੋਸ ਕੇ ਉਹ ਵੀ ਲਗਾਈ ਟਰਾਂਸਪੋਰਟ ਦੇ ਉੱਤੇ। 4 ਸਾਲ ਹੋ ਗਏ, ਹੁਣ 3 ਸਾਲ ਹੋ ਗਏ ਕੰਮ ਬੰਦਾ ਪਏ ਨੂੰ। ਉਹਨੇ ਇੰਨੀ ਟੈਨਸ਼ਨ ਲਾਈ, ਇੰਨੀ ਟੈਨਸ਼ਨ ਨੂੰ ਲਾਈ, ਟੈਨਸ਼ਨ ਦੇ ਨਾਲ ਹੀ ਮੇਰੇ ਪੁੱਤਰ ਦੀ ਜਿਹੜਾ ਅਟੈਕ ਹੋ ਗਿਆ, 2 ਘੰਟਿਆਂ ਦੇ ਵਿੱਚ ਮੌਤ ਹੋ ਗਈ। ਹੁਣ ਮੈਂ ਕਿਸੇ ਜੋਗੀ ਨਹੀਂ। ਅੱਜ ਮੈਂ ਮਰ ਜਾਵਾਂ ਤਾਂ ਮੇਰੇ ਪੁੱਤਰ ਦਾ ਕੌਣ ਹੈ? ਮੈਂ ਨਹੀਂ ਕੱਲ੍ਹ ਨੂੰ ਮੇਰੇ ਬੂਹੇ ਬੰਦ ਨਾ ਹੋ ਜਾਣ, ਮੇਰੇ ਕੇ ਪੁੱਤਰ ਨੂੰ ਤਾਂ ਨੌਕਰੀ ਮਿਲ ਜਾਵੇ ਕਿ ਟੱਬਰ ਦਾ ਗੁਜ਼ਾਰਾ ਚਲਾ ਸਕਣ, ਆਪਣੀ ਮਾਂ ਦੀ ਸੇਵਾ ਕਰ ਸਕਣ। ਨਾ ਕੋਈ ਨਹੀਂ ਅੱਜ ਤੱਕ ਪਹੁੰਚਿਆ, ਕਿਸੇ ਨੇ ਸਾਰ ਨਹੀਂ ਲਈ ਮੇਰੀ, ਨਾ ਪੁੱਛਿਆ ਕਿਸੇ ਨੇ, ਪੁੱਛਿਆ ਹੋਇਆ ਵੀ ਤੂੰ ਹੀ ਰੋਟੀ ਖਾਂਦੇ ਜੇ ਕਿ ਭੁੱਖੇ ਜੇ ਕਿ ਨੰਗੇ ਜੇ ਕਿ ਕਿਸ ਤਰ੍ਹਾਂ ਜੇ, ਕਿਸੇ ਨੇ ਸਾਰ ਨਹੀਂ ਲਈ। ਫਿਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਉਦੋਂ ਉਹਦੇ ਕੋਲ ਜਰਨੈਲ ਸਿੰਘ ਕੋਲ ਵੀ ਗਈ, ਜਿਹੜਾ ਜਰਨੈਲ ਦਰਬਾਰ ਸਾਹਿਬ ਆਇਆ ਸੀ।
ਉਹਦੇ ਕੋਲ ਵੀ ਮੈਂ ਗਈ, ਮੈਂ ਕਿਹਾ ਇਸ ਤਰ੍ਹਾਂ ਮੇਰਾ ਲੜਕਾ ਜਿਹੜਾ ਵਾ ਇਹ ਮਾਰਿਆ ਗਿਆ ਵਾ ਤੇ ਮੇਰਾ ਲੜਕੇ ਦਾ ਵੇਖੋ ਵੀ ਤੁਹਾਡੇ ਇੱਥੇ ਵਿੱਚ ਲਿਸਟ 'ਚ ਨਾਂ ਹੈਗਾ। ਉਹਨਾਂ ਨੇ ਸਾਰਿਆਂ ਦੀ ਲਿਸਟ ਪੜ੍ਹੀ, ਉਹਨਾਂ ਨੇ ਕਿਹਾ ਬੀਬੀ ਜੀ ਇਸ ਨਾਂ ਦਾ ਸਾਡੇ ਕੋਲ ਲੜਕਾ ਕੋਈ ਹੈ ਹੀ ਨਹੀਂ ਆ, ਨਾ ਉਹਦਾ ਲਿਸਟ ਦਾ ਮਤਲਬ ਵੀ ਲਿਸਟ ਦੇ ਵਿੱਚ ਨਾਂ ਵਾ, ਨਾ ਬਿੱਟੂ ਆ, ਨਾ ਉਹਦਾ ਨਾਂ ਜਗਜੀਤ ਸਿੰਘ, ਨਾ ਜਗਜੀਤ ਸਿੰਘ ਆ, ਤੇ ਅਸੀਂ ਨਹੀਂ ਹੈਲਪ ਕਰ ਸਕਦੇ ਇਸੇ ਤੇ ਕਾਂਗਰਸ ਸਰਕਾਰ ਜਿਹੜੀ ਉਹ ਹੈਲਪ ਕਰ ਸਕਦੀ ਹੈ। ਨਾ ਮੇਰੀ ਜਿਹੜੀ ਕਿ ਕਾਂਗਰਸ ਸਰਕਾਰ ਨੇ ਕੀਤੀ ਅੱਜ ਤੱਕ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਨਾ ਮੈਨੂੰ ਲਾਲ ਕਾਰਡ ਮਿਲਿਆ, ਨਾ ਮੈਂ ਹਾਰ ਕੇ ਮੈਂ ਰੋ ਧੋ ਕੇ ਤੇ ਬਹਿ ਗਈ। ਚੱਲ ਮੇਰਾ ਇੱਕ ਪੁੱਤ ਹੈਗਾ ਵਾ ਰੁੱਖੀ ਮਿੱਸੀ ਰੋਟੀ ਦਿੰਦਾ ਵਾ, ਅੱਜ 1.25 ਮਹੀਨਾ ਹੋ ਗਿਆ ਉਹ ਵੀ ਤੁਰ ਗਿਆ। ਹੁਣ ਤੇ ਬਸ ਮੈਂ ਅਗਲੇ ਦਫਾ ਦੇ ਉੱਤੇ ਹੈਗੀ, ਪਤਾ ਨਹੀਂ ਮੈਂ ਅੱਜ ਕਿ ਕੱਲ੍ਹ ਹੈ ਕਿ ਪਰਸੋਂ ਆ, ਤੇ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਭਾਵੇਂ ਮੇਰੇ ਖੂਨ ਦੇ ਰਿਸ਼ਤੇ ਬਾਰੇ ਦਿੱਤੀ ਜਾਵੇ, ਤੇ ਭਾਵੇਂ ਕੋਈ ਉਹਨਾਂ ਦੀ ਪੜ੍ਹਾਈ ਦੀ ਬੇਸ 'ਤੇ ਦਿੱਤੀ ਜਾਵੇ। ਵੱਡੀ ਚਿੰਤਾ ਨੌਕਰੀ ਦੀ ਆ, ਵੱਡੀ ਚਿੰਤਾ ਹੈ ਕਿ ਕਾਰੋਬਾਰ ਚੱਲੇ ਤਾਂ ਢਿੱਡ ਭਰ ਸਕੇ, ਰੋਟੀ ਚੱਲ ਸਕੇ। ਭਾਜੀ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਜਗਦੀਪ ਸਿੰਘ ਜੀ। ਕਿੰਨੀਆਂ ਪੜ੍ਹੇ ਜੀ? ਮੈਂ +2 ਤੋਂ ਬਾਅਦ ITI ਡਿਪਲੋਮਾ ਕੀਤਾ। ਸੋਚਿਆ ਅੱਗੇ ਕੀ ਸੋਚਿਆ ਸੀ? ਐਕਚੁਅਲੀ ਅਸੀਂ ਕਾਫੀ ਟਾਈਮ ਤੋਂ ਮਤਲਬ ਫਾਰਮ ਵੀ ਫਿਲ ਕਰ ਰਹੇ ਹਾਂ ਪਰ ਕੋਈ ਜੋਬ ਨਹੀਂ ਮਿਲ ਰਹੀ, ਤੇ ਹੁਣ ਵੀ ਆਹੀ ਉਮੀਦ ਸਰਕਾਰ ਤੋਂ ਲਾਈ ਹੋਈ ਆ ਵੀ ਸ਼ਾਇਦ ਕੋਈ ਰੁਜ਼ਗਾਰ ਮਿਲ ਜੇ ਕਿ ਸਾਡੀ ਪੜ੍ਹਾਈ ਦੇ ਬੇਸ 'ਤੇ ਹੀ, ਪਰ ਨਹੀਂ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਅਸੀਂ ਆਹੀ ਮੰਗ ਕਰਦੇ ਹਾਂ ਕੋਈ ਛੋਟਾ ਮੋਟਾ ਕੋਈ ਰੁਜ਼ਗਾਰ ਮਿਲ ਜਾਵੇ। ਹਾਂਜੀ, ਰੋਟੀ ਚੱਲ ਜੇ ਜੀ। ਬਿਲਕੁਲ ਤਰਲਿਆਂ ਦੇ ਉੱਤੇ ਆ ਚੁੱਕੇ ਨੇ ਨੌਜਵਾਨ। ਇਹ ਸਰਕਾਰ ਦਾ ਮਾਹੌਲ ਹੈ ਕਿ ਨੌਜਵਾਨ ਜਿਹੜੇ ਨੇ ਤਰਲਿਆਂ ਤੇ ਆ ਚੁੱਕੇ ਨੇ ਕਿ ਛੋਟਾ ਮੋਟਾ ਰੋਜ਼ਗਾਰ ਹੀ ਸਾਨੂੰ ਦੇ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦੀ ਰੋਟੀ ਚਲਾ ਸਕੀਏ। ਸਰਕਾਰ ਕਹਿੰਦੀ ਹੈ ਕਿ ਨਸ਼ਾ ਬਹੁਤ ਫੈਲਦਾ ਜਾ ਰਿਹਾ, ਤਾਂ ਨਸ਼ਾ ਕਿਉਂ ਨਾ ਕੋਈ ਕਰੇ ਜਦੋਂ ਘਰ ਦੇ ਵਿੱਚ ਟੈਨਸ਼ਨ, ਬਾਹਰ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਤਾਂ ਫਿਰ ਬੰਦਾ ਕਹਿੰਦਾ ਕਿ ਜਾਂ ਤੇ ਫਿਰ ਮੈਂ ਕੋਈ ਕ੍ਰਾਈਮ ਕਰ ਲਵਾਂ ਜਾਂ ਫਿਰ ਕੋਈ ਨਸ਼ਾ ਕਰ ਲਵਾਂ। ਇਸ ਤਰ੍ਹਾਂ ਦੀ ਗੱਲ ਦਿਮਾਗ ਦੇ ਵਿੱਚ ਜ਼ਰੂਰ ਆਉਂਦੀ ਹੈ ਜਦੋਂ ਕਾਰੋਬਾਰ ਨਹੀਂ ਮਿਲੇਗਾ। ਸਰਕਾਰਾਂ ਦਾ ਸਭ ਤੋਂ ਵੱਡਾ ਹੱਥ ਹੈ ਵੀ ਸਰਕਾਰਾਂ ਆਪਣੇ ਨੌਜਵਾਨਾਂ ਨੂੰ, ਜਿਹੜੇ ਪੰਜਾਬ ਦੇ ਨੌਜਵਾਨ ਨੇ, ਜਿਹੜਾ ਮਰਜ਼ੀ ਸੂਬਾ ਹੋਵੇ, ਇਕੱਲਾ ਪੰਜਾਬ ਨਹੀਂ, ਜਿਹੜਾ ਮਰਜ਼ੀ ਸੂਬਾ ਹੋਵੇ, ਆਪਣੇ ਸੂਬੇ ਦੇ ਨੌਜਵਾਨਾਂ ਨੂੰ, ਆਪਣੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਕਾਰੋਬਾਰ ਦੇਣਾ, ਕਿਸ ਤਰ੍ਹਾਂ ਅਸੀਂ ਅਗਾਂਹ ਤੋਰਨਾ। ਭੈਣ ਜੀ ਕਿਹਾ ਜਾ ਰਿਹਾ ਕਿ ਤੁਹਾਡੀ ਪਹਿਲੇ ਇਹਨਾਂ ਦੇ ਨਾਲ ਰਿਸ਼ਤਾ ਹੋਇਆ ਸੀ, ਬਾਅਦ 'ਚ ਇਹਨਾਂ ਦੇ ਨਾਲ ਫਿਰ ਦੋਨੇ ਨਹੀਂ ਰਹੇ ਜ਼ਿੰਦਗੀ ਵਿੱਚ। ਇਹਨਾਂ ਪਹਿਲਾਂ 87 ਦੇ ਵਿੱਚ ਹੋਇਆ ਸੀ, ਮੇਰੀ ਮੈਰਿਜ ਹੋਣ ਲੱਗੀ ਸੀ ਇਹਨਾਂ ਨਾਲ 1 ਮਹੀਨਾ ਪਹਿਲਾਂ, ਤੇ ਉਹ ਮੁੜ ਕੇ ਹੁਣ ਘਰਦਿਆਂ ਨੇ ਫੇਰ ਕਹਿ ਦਿੱਤਾ ਵੀ ਚਲੋ ਇਹ ਪੂਰੀ ਡੈਥ ਹੋ ਗਈ, ਅੱਤਵਾਦੀਆਂ ਨੇ ਮਾਰ ਦਿੱਤਾ। ਫਿਰ ਇਹਨਾਂ ਨਾਲ ਫਿਰ ਘਰ ਘੁਰ ਕੇ ਮਿਲਾ ਮਿਲੂ ਕੇ ਸਾਰਿਆਂ ਨਾਲ, ਤੇ ਫਿਰ ਇਹਨਾਂ ਨਾਲ ਗੱਲਬਾਤ ਕਰ, ਪਰ ਇਹ ਵੀ ਨਹੀਂ ਹੁਣ ਰਿਹਾ, ਹੁਣ ਤੇ ਵੀ ਨਹੀਂ ਰਿਹਾ। ਕੀ ਕਰਨਾ ਹੁਣ ਮੇਰੇ ਬੱਚਿਆਂ ਨੂੰ? ਬਸ ਇੱਕੋ ਹੀ ਆਪੇ ਮੈਨੂੰ ਰੁਜ਼ਗਾਰ ਦਿੱਤਾ ਜਾਵੇ ਬਸ। ਹੁਣ ਦੋਨੋਂ ਨਹੀਂ ਰਹੇ, ਇਹ ਉਹ 87 'ਚ ਪੂਰਾ ਹੋ ਗਿਆ, ਮੁੜ ਕੇ ਸ਼ਾਦੀ ਹੋ ਗਈ, ਫਿਰ ਇਹਨਾਂ ਨਾਲ ਉਹ ਵੀ ਨਹੀਂ ਪੂਰਾ। ਹੁਣ ਕੀ ਕਰਨਾ ਫਿਰ ਅਸੀਂ? ਇਹੀ ਆ ਵੀ ਸੋਨੇ ਬੱਚਿਆਂ ਨੂੰ ਕੁਛ ਨਾ ਕੁਛ ਦਿੱਤਾ ਜਾਵੇ। ਬਿਲਕੁਲ, ਬੱਚਿਆਂ ਨੂੰ ਸਿਰਫ ਕੰਮ ਦਿੱਤਾ ਜਾਵੇ ਤਾਂ ਕੰਮ। ਸਾਨੂੰ ਵਿਸ਼ਵਾਸ ਵਾ ਸਾਡੀ ਕਾਬਲੀਅਤ ਉੱਤੇ ਕਿ ਜੇਕਰ ਕਾਬਲੀਅਤ ਦੇ ਸਿਰ ਤੇ ਤੁਹਾਨੂੰ ਨੌਕਰੀ ਦਿੱਤੀ, ਟੈਸਟ ਲਿੱਤਾ ਜਾਂਦਾ, ਤੁਸੀਂ ਕਾਮਯਾਬ ਹੋਵੋਗੇ ਜ਼ਰੂਰ। ਅਸੀਂ ਇੰਨੇ ਕਾਬਲੀਅਤ ਤੇ ਸਾਨੂੰ ਵੀ ਆ ਕਿ ਪੂਰਾ ਵਿਸ਼ਵਾਸ ਦਵਾਵਾਂਗੇ, ਅਸੀਂ ਕਰਕੇ ਦਿਖਾਵਾਂਗੇ, ਪਰ ਮੌਕਾ ਦਿੱਤਾ ਜਾਵੇ। ਸਾਨੂੰ ਕਿਸੇ ਅਫਸਰ ਨਾਲ ਮਿਲਣ ਨਹੀਂ ਦਿੱਤਾ ਜਾਂਦਾ, ਸਾਨੂੰ ਕਿਸੇ ਲੀਡਰ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਅਸੀਂ ਬਹੁਤ ਧੱਕੇ ਖਾਦੇ, ਬਹੁਤ ਜ਼ਿਆਦਾ। ਅਸੀਂ ਕਚਹਿਰੀ 'ਚ, ਸਰਕਾਰੀ ਡਿਪਾਰਟਮੈਂਟਾਂ 'ਚ, ਮੇਰੇ ਜਦ ਕਿ ਦਾਦੀ ਜੀ ਨੇ ਵੀ ਖਾਦੇ ਆ। ਉਸ ਟਾਈਮ ਦੇ ਹਾਲਾਤਾਂ 'ਚ ਨਹੀਂ ਪੁੱਛਿਆ ਗਿਆ। ਅੱਜ ਦੀ ਤੇ ਉਮੀਦ ਹੀ ਨਹੀਂ ਲਾਉਂਦੇ ਅਸੀਂ, ਅੱਜ ਦੇ ਉਮੀਦ ਹੀ ਨਹੀਂ ਲਾਉਂਦੇ ਕਿ ਸਾਨੂੰ ਕਿਸੇ ਲੀਡਰ ਨਾਲ ਮਿਲਿਆ ਜਾਵੇ, ਅਸੀਂ ਉਹਨਾਂ ਦੇ ਅੱਗੇ ਆਪਣੀਆਂ ਫਾਈਲਾਂ ਰੱਖ ਸਕੀਏ, ਅਸੀਂ ਕਿਸੇ ਵੀ ਚੀਜ਼ ਦੇ ਡਾਕੂਮੈਂਟ ਰੱਖ ਸਕੀਏ। ਇਹ ਸਾਡੇ ਘਰ ਦੇ ਉੱਤੇ ਕਿਸੇ ਵੱਡੇ ਪਰਿਵਾਰ ਦੇ ਮੈਂਬਰ ਦਾ ਕਿਸੇ ਦਾ ਹੱਥ ਨਹੀਂ ਆ ਇਸ ਟਾਈਮ। ਅਸੀਂ ਖੁਦ ਬੇਰੁਜ਼ਗਾਰ ਇਸ ਟਾਈਮ ਆ, ਤੇ ਸਾਨੂੰ ਸਾਡਾ ਸਹਾਰਾ ਕੋਈ ਦਿੱਤਾ ਜਾਵੇ ਸਰਕਾਰ ਦੇ ਵੱਲੋਂ ਕਿ ਸਾਨੂੰ ਥੋੜਾ ਬਹੁਤ ਸਾਡੇ ਘਰ ਦਾ ਰੋਟੀ ਪਾਣੀ ਚੱਲ ਸਕੇ। ਅਸੀਂ ਜ਼ਿਆਦਾ ਨਹੀਂ ਅਸੀਂ ਕਹਿੰਦੇ ਸਰਕਾਰ ਦੇ ਅੱਗੇ। ਕਾਗਜ਼ ਕੀ ਹੈਗੇ ਨੇ ਤੁਹਾਡੇ? ਇਹ ਮੇਰੇ ਤਾਇਆ ਜੀ ਦੀ ਡੈਥ ਦਾ ਵਾ। ਇਹ ਉਹਨਾਂ ਦੇ ਵੱਲੋਂ ਦੇਖੋ SSP ਸਾਹਿਬ ਦਫ਼ਤਰ, ਉਹਨਾਂ ਦੇ ਵੱਲੋਂ ਵੀ ਲਿਖ ਕੇ ਦਿੱਤਾ ਗਿਆ ਵਾ ਕਿ ਤੁਹਾਡੇ ਅੱਤਵਾਦੀਆਂ ਟਾਈਮ ਤੇ ਮਾਰਿਆ ਗਿਆ। ਵੇਖੋ ਉਹਨਾਂ ਦੀਆਂ ਸਟੈਂਪਾਂ ਤੱਕ ਲਿਖੋ ਲੱਗੀਆਂ ਹੋਈਆਂ ਅੱਜ, ਠੀਕ ਹੈ। ਆ ਜਗਜੀਤ ਸਿੰਘ ਦੀ ਆ ਦੇਖੋ, ਮੇਰੇ ਕੋਲ ਸਾਰਾ ਕੁਝ ਆ ਦੇਖੋ ਲਿਖਿਆ ਆ, ਠੀਕ ਹੈ। ਅੱਗੋਂ ਫਿਰ ਆ ਦੇਖੋ ਕਪਤਾਨ ਸਾਹਿਬ, ਠੀਕ ਹੈ, ਉਹਨਾਂ ਦੇ ਵੱਲੋਂ ਵੀ ਲਿਖ ਕੇ ਦਿੱਤਾ ਗਿਆ ਵਾ ਕਿ ਆ ਤੁਹਾਡੇ ਬੀ ਡਿਵੀਜ਼ਨ ਥਾਣੇ ਦੇ ਦੇਖੋ ਸਾਈਨ ਹੋਏ ਹੋਏ ਆ, ਬਕਾਇਦਾ ਉਹਨਾਂ ਦੀਆਂ ਸਟੈਂਪਾਂ ਤੱਕ ਲੱਗੀਆਂ। ਇਹ ਅੱਜ ਦੇ ਕਾਗਜ਼ ਨਹੀਂ ਆ, ਦੇਖੋ 88 ਦੇ ਕਾਗਜ਼ ਆ। ਸਾਡੇ ਕੋਲ ਇੱਕ ਡਾਕੂਮੈਂਟ ਪਿਆ ਉਹਨਾਂ ਦਾ, ਠੀਕ ਆ। ਪੋਸਟਮਾਰਟਮ ਰਿਪੋਰਟ ਵੀ ਆ ਉਹਨਾਂ ਦੀ, ਸਭ ਕੁਝ ਸਾਡੇ ਕੋਲ ਪਿਆ ਗਿਆ। ਜਦ ਕਿ ਸਾਨੂੰ ਸਵਾਰਥ ਦਿਵਾਇਆ ਗਿਆ ਸੀ ਕਿ ਤੁਹਾਨੂੰ ਇੱਕ ਪਰਿਵਾਰ ਦੇ ਨੂੰ ਨੌਕਰੀ ਦਿੱਤੀ ਜਾਊਗੀ ਤੇ ਸਰਕਾਰੀ ਨੌਕਰੀ ਦਿੱਤੀ ਜਾਏਗੀ, ਤੇ ਨਾਲ ਹੀ ਤੁਹਾਨੂੰ ਉਸ ਟਾਈਮ ਲਾਲ ਕਾਰਡ ਦਾ ਸਵਾਰਥ ਦਿਵਾਇਆ ਗਿਆ ਕਿ ਤੁਹਾਡੇ ਪਰਿਵਾਰ ਦੇ ਕਿਸੇ ਵੱਡੇ ਮੈਂਬਰ ਨੂੰ ਲਾਲ ਕਾਰਡ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ। ਸਾਡੇ ਕੋਲ ਇੱਕ ਡਾਕੂਮੈਂਟ ਦੇਖੋ ਪਿਆ ਸਾਰਾ ਕੁਝ।
ਬਟ ਸਾਡੇ ਡਾਕੂਮੈਂਟ ਇਸ ਤਰ੍ਹਾਂ ਹੀ ਪਏ ਦੇ ਪਏ ਹੀ ਰਹਿ ਗਏ ਆ। ਅੱਜ ਦੇਖੋ ਕਾਗਜ਼ ਗਲ ਚੁੱਕੇ, ਦੇਖੋ ਆ ਦੇਖੋ ਪਿੱਛੋਂ ਤੱਕ ਅਸੀਂ ਕਿਸ ਤਰ੍ਹਾਂ ਫੋਟੋ ਕਾਪੀਆਂ ਕਰਾ ਕੇ ਬੈਠੇ ਆ, ਬਟ ਅਸੀਂ ਇਹੀ ਚੀਜ਼ ਮੰਗਦੇ ਹਾਂ। ਬਿਲਕੁਲ ਦੇਖ ਸਕਦੇ ਜੇ ਕਿ ਕਾਗਜ਼ ਗਲ ਚੁੱਕੇ ਨੇ। ਆ ਮਗਰ ਇੱਕ ਕਾਗਜ਼ ਹੈ ਜਿਹੜਾ ਗਲਿਆ ਪਿਆ, ਕਾਗਜ਼ ਮਗਰ ਲਗਾ ਕੇ ਇਹਨੂੰ ਕਿਤੇ ਨਾ ਕਿਤੇ ਤਿਆਰ ਰੱਖਿਆ ਗਿਆ। ਤਾਂ ਹੁਣ ਕਾਗਜ਼ ਦੀ ਕਿੰਨੀ ਕੁ ਵੈਲਿਊ, ਕਾਗਜ਼ ਦੀ ਵੈਲਿਊ ਵੀ ਖਤਮ ਹੁੰਦੀ ਜਾ ਰਹੀ ਹੈ, ਉਹ ਵੀ ਗਲਦੇ ਜਾ ਰਹੇ ਨੇ, ਪਰ ਨੌਕਰੀ ਨਹੀਂ ਮਿਲੀ। ਦੇਖੋ ਕਾਗਜ਼ ਹਾਲਾਤ ਦੇਖੋ ਇਸ ਤਰ੍ਹਾਂ ਦੇ ਕਿ ਫਾਈਲਾਂ, ਕਿ ਐਵੇਂ ਨਹੀਂ ਕਹਿੰਦੇ ਕਿ ਫਾਈਲਾਂ ਦੇ ਉੱਤੇ ਮਿੱਟੀ ਜੰਮੀ ਹੁੰਦੀ ਆ, ਪਰ ਜਿਹੜੇ ਸਰਕਾਰੀ ਨੁਮਾਇੰਦੇ ਹੁੰਦੇ ਨੇ ਉਹ ਸੁਣਵਾਈ ਨਹੀਂ ਕਰਦੇ। ਤਾਂ ਇਹ ਦੇਖੋ ਕਾਗਜ਼ ਗਲ ਚੁੱਕੇ ਨੇ। ਸ਼ਾਇਦ ਇਹ ਜੇ ਲੈਮੀਨੇਸ਼ਨ ਨਾ ਕਰਵਾਈ ਹੁੰਦੀ ਤਾਂ ਸ਼ਾਇਦ ਇਹ ਕਾਗਜ਼ ਨਜ਼ਰ ਨਹੀਂ ਸੀ ਆਉਣੇ, ਪਰ ਇਹਨਾਂ ਕੋਲ ਪ੍ਰੂਫ ਜਿਹੜੇ ਰੱਖੇ ਹੋਏ ਨੇ ਇਹਨਾਂ ਨੇ। ਬਟ ਅਸੀਂ ਇਹੀ ਕਹਿੰਦੇ ਆ ਕਿ ਸਾਡੇ ਕੋਲ ਸਾਰੇ ਪ੍ਰੂਫ ਆ। ਅਸੀਂ ਇਹਨਾਂ ਨੂੰ ਅਮਾਨਤ ਦੇ ਤੌਰ ਤੇ ਰੱਖਿਆ ਗਿਆ ਕਿ ਕੋਈ ਸਰਕਾਰ ਆਏਗੀ, ਕੋਈ ਤੇ ਸੁਣੇਗੀ ਸਾਡੀ। ਉਸ ਟਾਈਮ ਵੀ ਕੈਪਟਨ ਸਰਕਾਰ ਸੀ, ਕਾਂਗਰਸ ਦੀ ਸਰਕਾਰ ਸੀ। ਅੱਜ ਮੁੱਖ ਮੰਤਰੀ ਮਾਣਯੋਗ ਸਾਡੇ ਕੈਪਟਨ ਸਾਹਿਬ ਆ, ਉਹਨਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਡੇ ਜੋ ਵੀ ਪੜ੍ਹਾਈ ਦੇ ਬਿਹੇਵੀਅਰ ਤੇ ਸਮਝੋ, ਚਾਹੇ ਸਾਡੇ ਉਸ ਟਾਈਮ ਤਾਇਆ ਜੀ ਦੀ, ਜਦ ਕਿ ਮੇਰੇ ਮਦਰ ਦੀ ਮੈਰਿਜ 1 ਮਹੀਨਾ ਦੇ ਵਿੱਚ ਸਾਰਾ ਤੈਅ ਹੋ ਗਿਆ ਸੀ ਉਹਨਾਂ ਦਾ ਨਾਲ, ਉਹਨਾਂ ਦੇ ਬਿਹੇਵੀਅਰ ਤੇ ਦਿੱਤੀ ਜਾਵੇ। ਅਸੀਂ ਥੋੜ੍ਹਾ ਬਹੁਤ ਅਸੀਂ ਘਰ ਦਾ ਰੋਜ਼ਗਾਰ ਚਲਾ ਸਕੀਏ, ਕਿਸੇ ਵੀ ਤਰ੍ਹਾਂ ਦਾ ਸਾਨੂੰ ਰੋਜ਼ਗਾਰ ਦਿੱਤਾ ਜਾਵੇ। ਅਸੀਂ ਮਾਣਯੋਗ ਆਪਣੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਜੀ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ, ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਨਵਜੋਤ ਸਿੰਘ ਸਿੱਧੂ ਦੇ ਅੱਗੇ ਅਪੀਲ ਕਰ ਦਿਓ। ਸ਼ਾਇਦ ਨਵਜੋਤ ਸਿੰਘ ਸਿੱਧੂ ਉਸ ਤਰ੍ਹਾਂ ਦੇ ਮਿਲਦੇ ਨਹੀਂ, ਸ਼ਾਇਦ ਤੁਹਾਨੂੰ ਇਸ ਤਰ੍ਹਾਂ ਮਿਲਣ ਦੀ, ਕਿਉਂਕਿ ਹੋ ਸਕਦਾ ਸੁਨੇਹਾ ਨਾ ਪਹੁੰਚਦਾ ਹੋਵੇ ਨਵਜੋਤ ਸਿੰਘ ਸਿੱਧੂ ਤੱਕ। ਅਸੀਂ ਪਹਿਲੇ ਪ੍ਰਧਾਨ ਜੋ ਕਾਂਗਰਸ ਦੇ ਜਾਖੜ ਸਾਹਿਬ, ਸੁਨੀਲ ਜਾਖੜ ਜੀ, ਉਹਨਾਂ ਕੋਲ ਵੀ ਮੈਂ ਮਿਲ ਚੁੱਕਿਆ, ਇਸ ਮੈਟਰ ਤੇ ਰੱਖ ਚੁੱਕਿਆ ਗੱਲ, ਬਟ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ, ਤੁਹਾਡਾ ਦੇਖਾਂਗੇ ਮੈਟਰ, ਕੋਈ ਗੱਲ ਨਹੀਂ, ਤੁਸੀਂ ਬੇਫਿਕਰ ਹੋ ਜਾਓ। ਚਲੋ ਅੱਜ ਮਾਣਯੋਗ ਸਾਡੇ MLA ਜੋ ਸੀ ਇੱਧਰ ਦੇ ਹਲਕੇ ਦੇ ਨਵਜੋਤ ਸਿੰਘ ਸਿੱਧੂ ਜੀ ਅੱਜ ਪ੍ਰਧਾਨ ਬਣ ਚੁੱਕੇ ਕਾਂਗਰਸ ਦੇ। 4.5 ਸਾਲ ਹੋ ਗਏ ਕਿ ਸਾਨੂੰ ਨਹੀਂ ਪੁੱਛਿਆ ਗਿਆ, ਪਹਿਲੇ ਵੀ ਸਰਕਾਰਾਂ ਤੋਂ ਨਹੀਂ ਪੁੱਛਿਆ ਗਿਆ, ਕੋਈ ਵੀ ਸਰਕਾਰ ਸੀ ਕਿਸੇ ਨੇ ਨਹੀਂ ਪੁੱਛਿਆ ਗਿਆ, ਬਟ ਅੱਜ ਮਾਣਯੋਗ ਸਾਡੇ ਹਲਕੇ ਦੇ MLA ਸੀ, ਅੱਜ ਪ੍ਰਧਾਨ ਬਣ ਚੁੱਕੇ ਆ। ਉਹਨਾਂ ਦੀ ਵੀ ਸਾਰ ਜਦੋਂ ਆਪਾਂ ਪੁੱਛੀਏ, ਉਹਨਾਂ ਦੇ PA ਸਾਹਿਬ ਕੋ ਪੁੱਛੀਏ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਜੀ ਨਾਲ ਮਿਲਣਾ ਵਾ, ਸਾਨੂੰ ਕਿਹਾ ਜਾਂਦਾ ਇੱਥੇ ਨਹੀਂ ਹੈਗੇ ਆ, ਕਦੀ ਦਿੱਲੀ ਗਏ ਆ, ਕਦੀ ਚੰਡੀਗੜ੍ਹ ਬੈਠੇ ਆ, ਤੇ ਅੱਜ ਪ੍ਰਧਾਨ ਬਣਨ ਦੇ ਉੱਤੇ ਵੀ ਸਾਡੀ ਸੁਣਵਾਈ ਨਹੀਂ ਉਹ ਕਰ ਸਕੇ। ਉਹਨਾਂ ਦੀ ਮਿਸਿਸ ਵੱਲੋਂ, ਠੀਕ ਹੈ ਜੀ, ਉਹਨਾਂ ਨੇ ਵੀ ਸਵਾਰਥ ਦਵਾਇਆ ਸੀ ਮੇਰੇ ਦਾਦੀ ਜੀ ਨੂੰ, ਉਹ ਘਰੇ ਸਗੋਂ ਸਾਡੇ ਆਏ ਸੀ ਉਸ ਟਾਈਮ ਕਿ ਤੁਹਾਡਾ ਮੈਟਰ ਸੁਲਝਾਇਆ ਜਾਊਗਾ, ਕੋਈ ਗੱਲ ਨਹੀਂ, ਮੈਂ ਰੱਖਾਂਗੀ ਅੱਗੇ ਗੱਲ, ਬਟ ਅੱਜ ਤੱਕ ਨਹੀਂ ਸਾਡੇ ਕਿਸੇ ਨੇ ਆਵਾਜ਼ ਨਹੀਂ ਪੁੱਛੀ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਅੱਜ, ਤੇ ਸਾਡੀ ਸੁਣਵਾਈ ਕੀਤੀ। ਬਿਲਕੁਲ ਸੁਣਵਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ, ਪਰ ਸਵਾਲ ਇੱਥੇ ਆ ਉੱਠ ਰਿਹਾ ਕਿ ਸੁਣਵਾਈ ਕੀਤੀ ਕਿਸ ਤਰ੍ਹਾਂ ਜਾਏਗੀ। ਬੜੇ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਨੌਕਰੀ ਵਾਸਤੇ, ਜਿਹੜੇ ਕਿ ਕੱਚਿਆਂ ਦੇ ਵਿੱਚ ਲੱਗੇ ਸੀ, 10-10 ਸਾਲ ਹੋ ਗਿਆ, ਉਹਨਾਂ ਨੂੰ ਪੱਕਿਆਂ ਨਹੀਂ ਕੀਤਾ ਗਿਆ। ਆਤੰਕਵਾਦੀ ਹਮਲਿਆਂ ਦੇ ਵਿੱਚ ਬੜੇ ਜਣਿਆਂ ਦੀ ਮੌਤਾਂ ਹੋਈਆਂ ਸੀ, ਉਹਨਾਂ ਦੇ ਬਾਰੇ ਕੁਝ ਨਹੀਂ ਸੋਚਿਆ ਗਿਆ। ਆਖਿਰ ਸੋਚਿਆ ਕਦੋਂ ਜਾਏਗਾ? ਆਖਿਰ ਕਦੋਂ ਹੱਲ ਹੋਏਗਾ? ਜਨਤਾ ਦਾ ਹੱਲ ਕਦੋਂ ਹੋਏਗਾ? ਸਾਡੇ ਜਿਹੜੇ ਲੋਕ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦਾ ਹੱਲ ਕਿੱਦਾਂ ਹੋਏਗਾ? ਕੀ ਵਾਕਿਆ ਹੀ ਪੰਜਾਬ ਆਉਣ ਵਾਲੇ ਸਮੇਂ 'ਚ ਖਾਲੀ ਹੋ ਜਾਏਗਾ? ਕਿ ਵਾਕਿਆ ਹੀ ਪੰਜਾਬ ਦੇ ਲੋਕ ਬਾਹਰ ਦੇ ਦੇਸ਼ਾਂ ਦੇ ਵਿੱਚ ਹੀ ਰਹਿਣਗੇ, ਪੰਜਾਬ ਦੇ ਵਿੱਚ ਨਹੀਂ ਰਹਿਣਗੇ? ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇ ਤਾਂ ਫਿਰ ਇਹ ਗੱਲ ਸੱਚੀਆਂ ਨੇ ਕਿ ਲੋਕ ਵਾਕਿਆ ਹੀ ਬਾਹਰ ਜਾਣਗੇ। ਹੁਣ ਦੇਖਦੇ ਹਾਂ ਕਿ ਸਰਕਾਰਾਂ ਵੱਲੋਂ ਕੋਈ ਹੱਲ ਕੀਤਾ ਜਾਂਦਾ ਹੈ, ਇਸ ਪਰਿਵਾਰ ਵਾਸਤੇ ਨਹੀਂ, ਹੋਰ ਵੀ ਕਾਫੀ ਪਰਿਵਾਰ ਨੇ, ਉਹਨਾਂ ਵਾਸਤੇ ਵੀ ਹੱਲ ਕੀਤਾ ਜਾਂਦਾ, ਜਾਂ ਫਿਰ ਇਸੇ ਤਰੀਕੇ ਦੇ ਨਾਲ ਫਾਈਲਾਂ ਦੇ ਉੱਤੇ ਮਿੱਟੀ ਜੰਮੀ ਰਹੇਗੀ, ਇਸੇ ਤਰੀਕੇ ਦੇ ਨਾਲ ਕਾਗਜ਼ ਗਲ ਜਾਣਗੇ, ਜਾਂ ਫਿਰ ਸਰਕਾਰ ਕੋਈ ਹੱਲ ਕਰੇਗੀ। ਦੇਖਦੇ ਹਾਂ ਇਹ ਖਬਰ ਦਾ ਅਸਰ ਕਿੰਨਾ ਕੁ ਹੁੰਦਾ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਫਾਸਟ ਵੀ ਨਿਊਜ਼, ਅੰਮ੍ਰਿਤਸਰ।